श्री नानक अंगद गुरु अमरदास पद बंद रामदास अर्जन गुरु बाल श्री हर गोविंद हरि राय हर कृष्ण गुर तेग बहादुर दसवें गोविंद सिख गुरु नमो चरण ਸਰਵਣ ਕਰੀਏ, ਜਿਸ ਦੇ ਅੰਦਰ ਮਹਾਰਾਜ ਸਾਹਿਬ ਦੇ ਅਨੇਕਾਂ ਪ੍ਰਕਾਰ ਦੇ ਕੌਤਕ ਆਪਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹਾਂ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਪਾਵਨ ਪ੍ਰਸੰਗ ਆਪਾਂ ਕੱਲ ਸਰਵਣ ਕੀਤਾ ਹੈ ਕਿ ਗੁਰੂ ਗਰੀਬ ਨਵਾਜ ਸਤਿਗੁਰੂ ਸਾਹਿਬ ਜੀ ਦੇ ਪਾਸ ਕਈ ਤਰ੍ਹਾਂ ਦੇ ਗੁਣੀ ਗਿਆਨੀ ਕਵੀ ਜਨ ਆਉਂਦੇ ਹਨ। ਜਿਹੜਾ ਵੀ ਕਵੀ ਵਿਦਵਾਨ ਕੋਈ ਸਾਹਿਬਾਂ ਦੇ ਕੋਲ ਆਉਂਦਾ ਉਹਦੀ ਸਤਿਗੁਰੂ ਮਹਾਰਾਜ ਜੀ ਬਹੁਤੀ ਕਦਰ ਕਰਦੇ ਨੇ, ਬੜੇ ਕਦਰ ਸ਼ਨਾਸ ਹਨ। ਅਤੇ ਇਹੀ ਸੁਣ ਕਰਕੇ ਇੱਕ ਕੇਸ਼ਵ ਦਾਸ ਵਿਦਵਾਨ ਹੈ, ਉਹਦਾ ਪੁੱਤਰ ਕੁੰਵਰ ਕਵੀ ਆਇਆ ਮਹਾਰਾਜ ਦੀ ਸ਼ਰਨ। ਇਹਨੂੰ ਔਰੰਗਜ਼ੇਬ ਮੁਸਲਮਾਨ ਬਣਾਉਣ ਲੱਗਾ ਸੀ ਕਿ ਹਿੰਦੂਆਂ 'ਚ ਵਿਦਵਾਨ ਨਹੀਂ ਹੋਣੇ ਚਾਹੀਦੇ। ਇਹ ਸੋਚ ਕੇ
ਗੁਰੂ ਕਲਗੀਧਰ ਮਹਾਰਾਜ ਦੀ ਸ਼ਰਨ ਲਈ ਆਨੰਦਪੁਰ ਸਾਹਿਬ ਆਇਆ ਹੈ। ਗੁਰੂ ਸਾਹਿਬ ਜੀ ਕਹਿੰਦੇ ਵੀ ਜਿੱਥੇ ਇੰਨੇ ਕਵੀ ਰਹਿੰਦੇ ਨੇ ਤੂੰ ਵੀ ਰਹਿ ਲਾ। 5 ਰੁਪਈਏ ਰੋਜ਼ ਦੇ ਮਹਾਰਾਜ ਨੇ ਦੀ ਤਨਖਾਹ ਨਿਯਤ ਕਰ ਦਿੱਤੀ। ਅਤੇ ਨਾਲ ਇਹ ਵੀ ਆਪਾਂ ਕੱਲ ਪ੍ਰਸੰਗ ਸਰਵਣ ਕੀਤਾ ਵੀ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦੇ ਗ੍ਰਹਿ ਵਿਖੇ ਤੀਸਰੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਹੋਇਆ ਹੈ। ਬਾਬਾ ਜ਼ੋਰਾਵਰ ਸਿੰਘ ਜੀ ਦਾ ਨਾਮ ਕਲਗੀਧਰ ਸਾਹਿਬ ਜੀ ਨੇ ਆਪ ਰੱਖਿਆ। ਇਹ ਪ੍ਰਸੰਗ ਆਪਾਂ ਕੱਲ ਸਰਵਣ ਕੀਤੇ ਨੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਘੋੜੇ ਤੇ ਵੀ ਚੜ੍ਹਨ ਲੱਗ ਪਏ ਹਨ ਅਤੇ ਜੁਝਾਰ ਸਿੰਘ ਜੀ ਬਾਹਰ ਅੰਦਰ ਖੇਡਣ ਲੱਗ ਪਏ ਨੇ। ਜ਼ੋਰਾਵਰ ਸਿੰਘ ਨੂੰ ਸਾਰੇ ਹੀ ਪਿਆਰ ਦੇ ਨਾਲ ਲਾੜ ਲੜਾਉਂਦੇ ਨੇ, ਚੁੱਕਦੇ ਨੇ, ਉਹ ਵਿਹੜੇ ਵਿੱਚ ਰਿੜ੍ਹਦੇ ਹਨ। ਮਾਤਾ ਗੁਜਰੀ ਤਿੰਨਾਂ ਆਪਣੇ ਪੋਤਰਿਆਂ ਨੂੰ ਬੜੇ ਪਿਆਰ ਦੇ ਨਾਲ ਪਾਲ ਰਹੀ ਹੈ। ਆਨੰਦਾਂ ਦੀ ਪੁਰੀ ਵਿੱਚ ਆਨੰਦ ਹੀ ਵਰਤਿਆ ਹੋਇਆ ਏ। ਆਓ ਜਿਵੇਂ ਗਰੀਬ ਨਵਾਜ਼ ਸਾਹਿਬ ਜੀ ਖਾਲਸਾ ਪ੍ਰਗਟ ਕਰਨ ਦੀ ਵਿਚਾਰ ਕਰ ਰਹੇ ਨੇ, ਜਿਵੇਂ ਮਹਾਰਾਜ ਜੀ ਦੇ ਗ੍ਰਹਿ ਵਿਖੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੁੰਦਾ ਹੈ। ਜੋ ਕਵੀ ਜੀ ਨੇ ਇਹ ਗ੍ਰੰਥ ਸ੍ਰੀ ਗੁਰਪ੍ਰਤਾਪ ਸੂਰਜ ਇਹਦੀ ਵੰਡ ਕੀਤੀ ਹੈ ਨਾ ਰੁੱਤਾਂ ਅਤੇ ਅੰਸ਼ੂਆਂ ਦੇ ਹਿਸਾਬ ਨਾਲ, ਉਹ ਦੂਸਰੀ ਰੁੱਤ ਦਾ ਆਖਰੀ ਪ੍ਰਸੰਗ ਹੈ। ਫਿਰ ਤੀਸਰੀ ਰੁੱਤ ਵੀ ਪ੍ਰਾਰੰਭ ਹੋਵੇਗੀ ਨਾਲ ਹੀ। ਕਲਗੀਧਰ ਮਹਾਰਾਜ ਦੇ ਚਰਨਾਂ ਦਾ ਧਰੀਏ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਸੰਗਤ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਕਲਗੀਧਰ ਆਨੰਦਪੁਰ। ਸ਼੍ਰੀ ਕਲਗੀਧਰ ਆਨੰਦਪੁਰ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਸੁਭਾਏਮਾਨ ਹਨ। ਗੁਰੂ ਕਲਗੀਧਰ ਪਾਤਸ਼ਾਹ ਨੇ ਰਹਿਮਤ ਕੀਤੀ ਹੈ। ਆਪ ਬਾਣੀ ਉਚਾਰਦੇ ਨੇ, ਸਤਿਗੁਰੂ ਸਾਹਿਬ ਜੀ ਦੇ ਕਵੀ ਬਾਣੀ ਉਚਾਰਦੇ ਹਨ ਤੇ ਗਰੀਬ ਨਵਾਜ਼ ਸਤਿਗੁਰਾਂ ਦੇ ਕੋਲੋਂ ਜਦੋਂ ਆ ਕਰਕੇ ਉਸ ਕਵੀ ਨੇ ਕਿਹਾ ਨਾ ਵੀ ਮਹਾਰਾਜ ਧੱਕੇ ਨਾਲ ਹੀ ਮੁਸਲਮਾਨ ਬਣਾਈ ਜਾਂਦੇ ਹਿੰਦੂਆਂ ਨੂੰ, ਸੁਣ ਅਨਿਆਏ ਤੁਰਕ ਕੋ ਭਾਰੀ। ਜਦੋਂ ਕਲਗੀਧਰ ਮਹਾਰਾਜ ਨੇ ਤੁਰਕਾਂ ਦਾ ਭਾਰੀ ਅਨਿਆਏ ਸੁਣਿਆ ਵੀ ਬੜਾ ਧੱਕਾ ਕਰ ਰਹੇ ਨੇ, ਦੇਤ ਜਗਤ ਕੋ ਦੁਖ ਬੁਰਿਆਰੀ, ਵੀ ਇਹ ਤਾਂ ਜਗਤ ਨੂੰ ਬਹੁਤ ਹੀ ਬੁਰੇ ਜਿਹੜੇ ਤੁਰਕ ਹਨ ਦੁੱਖ ਦੇ ਰਹੇ ਨੇ, ਸੰਸਾਰ ਨੂੰ ਬਹੁਤ ਹੀ ਕਹਿੰਦੇ ਵੀ ਤੰਗ ਕਰ ਰਹੇ ਹਨ ਆਪਣੇ ਰਾਜ ਭਾਗ ਦੇ ਨਸ਼ੇ ਵਿੱਚ। ਰਾਜ ਤੇਜ ਜਿਮ ਸਰਬ ਵਿਨਾਸ਼ੈ, ਤੇ ਪਾਤਸ਼ਾਹ ਜੀ ਵਿਚਾਰ ਕਰਦੇ ਨੇ ਵੀ ਇਦਾਂ ਦਾ ਉਦਮ ਕਰੀਏ ਵੀ ਜਿਵੇਂ ਇਹਨਾਂ ਦਾ ਰਾਜ ਭਾਗ, ਰਾਜ ਦਾ ਤੇਜ ਸਾਰਾ ਹੀ ਨਾਸ ਹੋ ਜਾਵੇ। ਪੰਥ ਖਾਲਸਾ ਸੁਖ ਦਾ ਪ੍ਰਕਾਸ਼ ਹੈ, ਅਤੇ ਖਾਲਸਾ ਪੰਥ ਜਿਹੜਾ ਹੈ ਸਭ ਨੂੰ ਸੁਖ ਦੇਣ ਵਾਲਾ ਪ੍ਰਕਾਸ਼ ਹੋਵੇ। ਖਾਲਸਾ ਸਭ ਨੂੰ ਸੁਖ ਦੇਣ ਵਾਲਾ ਜਿਵੇਂ ਪ੍ਰਗਟ ਹੋਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਤਰ੍ਹਾਂ ਵਿਚਾਰ ਕਰਦੇ ਹਨ। ਰਗਤ ਬੀਜ ਕੋ ਜੁੰਦ ਕਰਾਲਾ, ਫਿਰ ਉਹ ਭਵਿੱਖ ਦੇ ਪਿਛਲੇ ਸਮੇਂ ਦੇ ਜੋ ਭੂਤਕਾਲ ਸਮਾਂ, ਪਿਛਲੇ ਜਾਮੇ ਦਾ ਸਮਾਂ ਮਹਾਰਾਜ ਜੀ ਦਾ, ਸਤਿਗੁਰੂ ਸਾਹਿਬ ਜੀ ਉਸ ਸਮੇਂ ਨੂੰ ਚੇਤੇ ਕਰਦੇ ਨੇ ਜਿਵੇਂ ਰਗਤ ਬੀਜ ਦੇ ਤੇ ਦੇਵੀ ਦਾ ਯੁੱਧ ਹੋਇਆ। ਰਗਤ ਬੀਜ ਕੋ ਯੁੱਧ ਕਰਾਲਾ, ਜਿਵੇਂ ਰਗਤ ਬੀਜ ਦਾ ਕਹਿੰਦੇ ਭਿਆਨਕ ਯੁੱਧ ਹੋਇਆ, ਜਿਵੇਂ ਸਤਿਗੁਰੂ ਮਹਾਰਾਜ ਨੇ ਭਿਆਨਕ ਯੁੱਧ ਕਰਦਿਆਂ ਹੋਇਆਂ ਦੇਵੀ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਪਈ ਸੀ। ਉਹ ਕਥਾ ਸੁਣੀ ਆਪ ਜੀ ਨੇ ਪਿੱਛੇ। ਤੇ ਜਿਵੇਂ ਮਹਾਰਾਜ ਸਾਹਿਬ ਜੀ ਨੇ ਦੁਸ਼ਟ ਦਮਨ ਰੂਪ ਦੇ ਵਿੱਚ ਦੇਵੀ ਦੀ ਰੱਖਿਆ ਕੀਤੀ ਸੀ, ਉਹ ਮਹਾਰਾਜ ਸਾਹਿਬ ਜੀ ਸਮਾਂ ਪ੍ਰਸੰਗ ਜਿਹੜਾ ਚੇਤੇ ਕਰ ਰਹੇ ਨੇ। ਸਿਮਰਨ ਕੀਨਸ ਭਲੋ ਸੁਕਾਲਾ, ਉਹ ਜਿਹੜਾ ਭਲੀ ਪ੍ਰਕਾਰ ਮਹਾਰਾਜ ਨੇ ਜਿਹੜਾ ਸਮਾਂ ਹੈ ਉਸ ਚੇਤੇ ਕੀਤਾ ਹੈ ਵੀ ਕਿਵੇਂ ਅਸੀਂ ਦੁਸ਼ਟ ਦਮਨ ਰੂਪ ਦੇ ਵਿੱਚ ਦੇਵੀ ਦੇ ਰਖਵਾਲੇ ਬਣੇ ਸਾਂ, ਕਿਵੇਂ ਰੱਖਿਆ ਕੀਤੀ ਹੈ। ਜਗਤ ਮਾਤ ਕੋ ਭਾਰਤੇ ਸਮ, ਅਤੇ ਜੋ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਇਆ ਸੀ, ਪਰਮੇਸ਼ਰ ਨੇ ਕਿਹਾ ਸੀ ਨਾ ਵੀ ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚਰ ਕਰ ਬਹਿ ਕਹਿ ਸਾਜਾ,
ਜਾਏ ਤਾਂ ਤੈ ਧਰਮ ਚਲਾਵਨ, ਕਬੁੱਧ ਕਰਨ ਤੇ ਲੋਕ ਹਟਾਵਨ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਹੁਕਮ ਹੋਇਆ ਸੀ ਪਰਮੇਸ਼ਰ ਦਾ ਵੀ ਪੰਥ ਪ੍ਰਗਟ ਕਰੋ। ਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਅੱਗੇ ਹੱਥ ਜੋੜ ਕੇ ਕਿਹਾ ਸੀ, ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਵੀ ਮਹਾਰਾਜ ਪੰਥ ਉਦੋਂ ਹੀ ਜਗਤ ਵਿੱਚ ਪ੍ਰਗਟ ਹੋ ਸਕਦਾ ਜਦੋਂ ਤੁਹਾਡੀ ਮੈਨੂੰ ਸਹਾਇਤਾ, ਤੁਹਾਡੀ ਮੈਨੂੰ ਜਿਹੜੀ ਮਦਦ ਪ੍ਰਾਪਤ ਹੋਵੇਗੀ। ਸੋ ਇਸ ਤਰ੍ਹਾਂ ਉਹ ਸਮੇਂ ਨੂੰ ਮਹਾਰਾਜ ਨੇ ਚੰਗੀ ਤਰ੍ਹਾਂ ਵਿਚਾਰਿਆ ਹੈ। ਪਿਛਲੇ ਸਮੇਂ ਦੀ ਕਲਗੀਧਰ ਸਾਹਿਬ ਜੀ ਨੇ ਵਿਚਾਰ ਕੀਤੀ ਵੀ ਉਹ ਜੋ ਉਸ ਵੇਲੇ ਪਰਮੇਸ਼ਰ ਨੇ ਵਰ ਦਿੱਤਾ ਸੀ, ਵਾਹਿਗੁਰੂ ਦੀ ਜਿਹੜੀ ਸ਼ਕਤੀ ਹੈ, ਜਿਹਨੂੰ ਜਾਪ ਸਾਹਿਬ ਦੇ ਵਿੱਚ ਮਹਾਰਾਜ ਨੇ ਕਿਹਾ ਨਮੋ ਲੋਕ ਮਾਤਾ, ਉਹ ਹੈ ਪਰਮੇਸ਼ਰ ਦੀ ਸ਼ਕਤੀ। ਜਿਹੜੇ ਜਾਪ ਸਾਹਿਬ ਪੜ੍ਹਦੇ ਨੇ ਨਾ, ਉਹ ਚਾਹੁੰਦਾ ਨਮੋ ਲੋਕ ਮਾਤਾ, ਵੀ ਸਾਰੇ ਜਗਤ ਦੀ ਆਦਿ ਸ਼ਕਤੀ ਪਰਮੇਸ਼ਰ ਦੀ ਜੋਤ, ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੀ ਸ਼ਕਤੀ ਨੂੰ ਨਮਸਕਾਰ ਹੈ। ਉਹ ਹੁਣ ਸਤਿਗੁਰਾਂ ਵਿਚਾਰਿਆ ਵੀ ਉਹ ਜਿਹੜਾ ਵਰ ਮਿਲਿਆ ਸੀ ਪਰਮੇਸ਼ਰ ਵੱਲੋਂ, ਉਹ ਸਮਾਂ ਆ ਗਿਆ ਏ ਪੰਥ ਕਰਨ ਕੋ ਦੀਨ ਸਾਮੋ, ਪੰਥ ਪ੍ਰਗਟ ਕਰਨ ਦਾ ਜੋ ਗੁਰੂ ਨਾਨਕ ਸਾਹਿਬ ਦਾ ਚਲਾਇਆ ਪੰਥ ਹੈ, ਇਹਨੂੰ ਸਾਰੇ ਸੰਸਾਰ ਵਿੱਚ ਪ੍ਰਗਟ ਕਰਨਾ, ਇਹਦਾ ਅੰਤਮ ਰੂਪ ਜਿਹੜਾ ਦੇਣਾ ਹੈ, ਉਹ ਸਮਾਂ ਹੁਣ ਆ ਗਿਆ ਹੈ। ਬਿਦਤ ਹੋਏ ਕਰ ਵਰਤਵ ਦੇਉ, ਇਸ ਤਰ੍ਹਾਂ ਹੁਣ ਪ੍ਰਥਮ ਭਗਉਤੀ ਜਿਹੜੀ ਹੈ ਉਸ ਨੂੰ ਮਹਾਰਾਜ ਜੀ ਨੇ ਵਿਚਾਰਿਆ ਵੀ ਪ੍ਰਗਟ ਕਰੀਏ। ਉਹ ਪਰਮੇਸ਼ਰ ਦੀ ਚੰਡੀ ਜਿਹੜੀ ਸ਼ਕਤੀ ਹੈ ਉਹ ਪ੍ਰਗਟ ਹੋਵੇ। ਇੱਥੇ ਸ਼ਕਤੀ ਜਿਹੜੀ ਉਹ ਕੋਈ 2-4 ਬਾਹਾਂ ਵਾਲੀ ਜਿਵੇਂ ਦੇਵੀ, ਉਹਨੂੰ ਨਹੀਂ ਮਹਾਰਾਜ ਕਹਿ ਰਹੇ। ਇੱਥੇ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਜੋ ਤੇਜ ਪ੍ਰਤਾਪ ਹੈ, ਇਹੀ ਪਰਮੇਸ਼ਰ ਦੀ ਸ਼ਕਤੀ ਹੈ। ਤੇ ਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਵੀ ਉਹ ਪ੍ਰਗਟ ਕਰਕੇ ਪਰਮੇਸ਼ਰ ਦੀ ਸ਼ਕਤੀ ਨੂੰ ਸੋਅਬ ਸਮਾਂ ਪਇਓ ਬਿਦ ਤੇਉ, ਆ ਫਿਰ ਖਾਲਸਾ ਪੰਥ ਪ੍ਰਗਟ ਕਰਨਾ ਹੈ। ਉਹ ਹੁਣ ਸਮਾਂ ਕਹਿੰਦੇ ਵੀ ਬਿਲਕੁਲ ਹੀ ਪ੍ਰਗਟ ਹੋ ਗਿਆ, ਉਹ ਸਮਾਂ ਨੇੜੇ ਆ ਗਿਆ ਜਦੋਂ ਹੁਣ ਖਾਲਸਾ ਪ੍ਰਗਟਾਉਣਾ ਹੈ। ਹੋਏ ਬੇਪਰਵਾਰ ਅਸ ਕਿਸ ਦੇਸ਼, ਤੇ ਸਤਿਗੁਰੂ ਸਾਹਿਬ ਵਿਚਾਰਦੇ ਨੇ ਵੀ ਜਿਹੜੇ ਦਾਵਾ ਕਰਦੇ ਨੇ ਨਾਲੇ ਖਾਲਸਾ ਪ੍ਰਗਟ ਕਰਾਂਗੇ, ਨਾਲੇ ਜਿਹੜੇ ਕੋਈ ਪਖੰਡ ਕਰਦੇ ਹਨ ਬ੍ਰਾਹਮਣ, ਉਹਨਾਂ ਦਾ ਪਖੰਡ ਵੀ ਉਘੇੜਨਾ ਹੈ ਨਾ ਪਹਿਲਾਂ। ਵੀ ਜਿਹੜੇ ਕੋਈ ਦਾਵਾ ਕਰਦੇ ਵੀ ਅਸੀਂ ਚੰਡੀ ਪ੍ਰਗਟ ਕਰਦੇ ਹਾਂ, ਲੋਕਾਂ ਨੂੰ ਕਹਿੰਦੇ ਵੀ ਅਸੀਂ ਚੰਡੀ ਸਿੱਧ ਕੀਤੀ ਹੈ, ਸਾਹਿਬ ਕਹਿੰਦੇ ਵੀ ਜਿਹੜਾ ਇਹ ਗੱਲ ਦਾ ਦਾਵਾ ਕਰੇ ਸਾਡੇ ਕੋਲ ਆ ਕੇ, ਇਹੋ ਜਿਹਾ ਬ੍ਰਾਹਮਣ ਕਿਹੜੇ ਦੇਸ਼ ਵਿੱਚ ਹੋਵੇਗਾ ਇਸ ਵੇਲੇ। ਪੂਜਾ ਹੋਮ ਕਰਾਏ ਵਿਸ਼ੇਸ਼, ਇੱਕ ਨਾਲੇ ਕਹਿੰਦੇ ਵੀ ਉਹਦੇ ਕੋਲੋਂ ਪੂਜਾ ਕਰਾਉਨੇ, ਉਹਦੇ ਦਿਲ ਦੀ ਰੀਝ ਨਾ ਰਹੇ ਵੀ ਮੈਨੂੰ ਮੌਕਾ ਨਹੀਂ ਮਿਲਿਆ, ਜਿਵੇਂ ਕਹੇ ਉਹ ਪੂਜਾ ਕਰ ਲਵੇ, ਵਿਸ਼ੇਸ਼ ਕਰਕੇ ਜਗ ਕਰਕੇ ਵੇਖ ਲਵੇ। ਤੇ ਜੇ ਕੋਈ ਐਸੀ ਗੱਲ ਹੈ ਸਾਨੂੰ ਵਿਖਾਵੇ ਤਾਂ ਸਹੀ, ਕੋਈ ਸ਼ਕਤੀ ਪ੍ਰਗਟ ਕਰਕੇ। ਜਥਾ ਜੋਗ ਬਿਦ ਤੇ ਕਰਵਾਵੇ, ਆ ਜਥਾ ਜੋਗ ਮਹਾਰਾਜ ਕਹਿੰਦੇ ਵੀ ਜਿਵੇਂ ਵੀ ਜੋਗ ਹੈ ਨਾ, ਜਿਵੇਂ ਪੂਰੀ ਮਰਿਆਦਾ ਕਹੂਗਾ, ਅਸੀਂ ਇਹ ਨਹੀਂ ਕਹਿਣਾ ਵੀ ਅਸੀਂ ਆਹ ਨਹੀਂ ਕਰਦੇ ਉਹ ਨਹੀਂ ਕਰਦੇ। ਕਲਗੀਧਰ ਵਿਚਾਰਦੇ ਜਿਵੇਂ ਉਹ ਬ੍ਰਾਹਮਣ ਕਹੂ ਅਸੀਂ ਉਹਦੀ ਮਰਜ਼ੀ ਅਨੁਸਾਰ ਕਰਾਂਗੇ। ਵੀ ਫਿਰ ਬਹਾਨਾ ਨਾ ਬਣੇ ਵੀ ਮਹਾਰਾਜ ਤੁਸੀਂ ਤੇ ਮੈਨੂੰ ਆਪਣੀ ਮਰਿਆਦਾ ਅਨੁਸਾਰ ਜੱਗ ਨਹੀਂ ਕਰਨ ਦਿੱਤਾ, ਮੈਨੂੰ ਤਾਂ ਆਪਣੇ ਨਿਯਮ ਮੁਤਾਬਕ ਨਹੀਂ ਤੁਸੀਂ ਇਹ ਖੇਡ ਖੇਡਣ ਦਿੱਤੇ। ਸਤਿਗੁਰੂ ਮਹਾਰਾਜ ਸਾਹਿਬ ਜੀ ਵਿਚਾਰਦੇ ਹਨ ਵੀ ਜਿਵੇਂ ਉਹ ਪੂਜਾ ਕਰਨੀ ਚਾਹੇ, ਜਿਵੇਂ ਜਗ ਕਰਨਾ ਚਾਹੇ, ਜਿਹੋ ਜਿਹੀ ਉਹ ਮਰਿਆਦਾ ਦੱਸੇ, ਉਸ ਰੀਤੀ ਮੁਤਾਬਕ ਅਸੀਂ ਸਭ ਕੁਝ ਕਰਨ ਨੂੰ ਤਿਆਰ ਹਾਂ। ਇੱਕ ਵਾਰ ਅਲੀ ਕਾਲ ਦੇਵੀ ਬਿਦਤਾਵੇ, ਜਿਹੜਾ ਕੋਈ ਕਲਯੁਗ ਦੇ ਸਮੇਂ 'ਚ ਕਹੇ ਵੀ ਮੈਂ ਦੇਵੀ ਪ੍ਰਗਟ ਕਰ ਸਕਦਾ, ਵੇਖੀਏ ਤਾਂ ਸਹੀ ਵੀ ਇਹ ਪਖੰਡ ਕਰਦੇ ਬ੍ਰਾਹਮਣ ਕਿਸੇ ਤਰ੍ਹਾਂ। ਕਰ ਦਰਸ਼ਨ ਪੂਰਬ ਬਰ ਲੈ, ਫਿਰ ਬਾਦਸ਼ਾਹ ਕਹਿੰਦੇ ਵੀ ਅਸੀਂ ਉਹਨਾਂ ਤਾਂ ਕੀ ਕਿਸੇ ਨੇ ਦੇਵੀ ਪ੍ਰਗਟ ਕਰਨੀ ਹੈ, ਅਸੀਂ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਕਰਕੇ ਤੇ ਅਕਾਲ ਪੁਰਖ ਵਾਹਿਗੁਰੂ ਕੋ ਖਾਲਸਾ ਪੰਥ ਰਚਣ ਦਾ ਪਹਿਲਾਂ ਵਰ ਲੈ ਲਵਾਂਗੇ ਜਿਵੇਂ ਮਾਲਕ ਦਾ ਹੁਕਮ ਹੈ। ਈਸ਼ੇ ਪੰਥ ਖਾਲਸਾ ਕਹਿ, ਤੇ ਉਸ ਤੋਂ ਪਿੱਛੋਂ ਫਿਰ ਖਾਲਸਾ ਪੰਥ ਦੀ ਅਸੀਂ ਰਚਨਾ ਕਰਾਂਗੇ। ਸ਼ਕ ਇੰਦ ਧਰਮ ਕੇ ਬਨੇ, ਅਤੇ ਜਿਵੇਂ ਵੀ ਹਿੰਦੂ ਧਰਮ ਜਾਂ ਜੋ ਵੀ ਗਊ ਗਰੀਬ ਸ਼ਰਨ ਆਵੇਗਾ,
ਉਹ ਸ਼ਰਨ ਆਏ ਗਊ ਗਰੀਬ ਦੀ ਸਾਡਾ ਖਾਲਸਾ ਪੰਥ ਰੱਖਿਆ ਕਰੇਗਾ। ਰਿਸ਼ਟ ਰਿਸ਼ਟ ਪ੍ਰਭ ਲਗਵਾਨ ਐਸਾ ਖਾਲਸਾ ਪ੍ਰਗਟ ਕਰਾਂਗੇ ਜਿਹੜਾ ਸਭ ਦੁਸ਼ਟਾਂ ਵੈਰੀਆਂ ਨੂੰ ਨਾਸ਼ ਕਰ ਦੋ, ਵੱਡੇ ਵੱਡੇ ਤਗੜੇ ਵੈਰੀ ਦੁਸ਼ਮਣ ਮਾਰ ਦੇਵੇਗਾ। ਤੇ ਆਦਿਕ ਪ੍ਰਭ ਚਿਤਵਤ ਰਹਿ। ਆ ਪਾਤਸ਼ਾਹ ਏਦਾਂ ਵਿਚਾਰਦੇ ਰਹਿੰਦੇ ਵੀ ਜਿਹੜੇ ਬੜੇ ਹੀ ਉਹ ਪੱਧਰਵ ਕਰਨ ਵਾਲੇ ਦੁਸ਼ਟ ਨੇ, ਉਹਨਾਂ ਵੱਡੇ ਵੱਡੇ ਬਲੀਆਂ ਨੂੰ ਕਹਿੰਦੇ ਨਾਸ਼ ਕਰੇ, ਇਹੋ ਜਿਹਾ ਖਾਲਸਾ ਪ੍ਰਗਟ ਕਰਨਾ। ਏਦਾਂ ਗੁਰੂ ਕਲਗੀਧਰ ਮਹਾਰਾਜ ਵਿਚਾਰਾਂ ਕਰਦੇ ਰਹਿੰਦੇ, ਚਿਤਵਦੇ ਰਹਿੰਦੇ ਹਨ ਸਦਾ। ਵਿਪਰ ਖੋਜ ਬੇਹਿਤ ਕਬ ਕਹਿ। ਆਦੇ ਕਦੀ ਮਹਾਰਾਜ ਜੀ ਵਿਪਰ ਖੋਜ ਬੇਹਿਤ ਕਬ ਕਹੈ। ਕਈ ਵਾਰ ਮਹਾਰਾਜ ਸਿੱਖਾਂ ਨੂੰ ਕਹਿੰਦੇ ਨੇ, ਕੋਈ ਜਿਹੜੇ ਕੋਈ ਪੰਡਤ ਕੋਈ ਵਿਦਵਾਨ ਵੀ ਮਹਾਰਾਜ ਕੋ ਆ ਕੇ ਰਹਿੰਦੇ, ਕਹਿੰਦੇ ਤੁਸੀਂ ਦੱਸੋ ਵੀ ਕੋਈ ਇਹੋ ਜਿਹਾ ਬ੍ਰਾਹਮਣ ਹੈਗਾ ਏ ਜਿਹੜਾ ਇਹ ਦਾਵਾ ਕਰਦਾ ਹੋਵੇ ਵੀ ਮੈਂ ਚੰਡੀ ਪ੍ਰਗਟ ਕਰ ਸਕਦਾ। ਉਹ ਅੱਗੇ ਪ੍ਰਸੰਗ ਆਊਗਾ ਜਿਵੇਂ ਫਿਰ ਕੇਸ਼ਵ ਉਦਾਸ ਆਇਆ ਸੀ ਤੇ ਕਈ ਦਿਨ ਕਰਦਾ ਰਿਹਾ, ਉਹਦੇ ਕੋਲ ਪ੍ਰਗਟ ਹੋਈ ਨਹੀਂ। ਫਿਰ ਮਹਾਰਾਜ ਸਾਹਿਬ ਨੇ ਸਾਰੀ ਵਿਭੂਤੀ ਇਕੱਠੀ ਸੁੱਟ ਕੇ, ਉਹ ਜਦੋਂ ਅੱਗ ਨੇ ਭੁਬੱਕਾ ਮਾਰਿਆ, ਸਾਹਿਬ ਕਹਿੰਦੇ ਇਹੀ ਸਾਡੀ ਚੰਡਕਾ ਹੈ। ਹੁਣ ਪਾਤਸ਼ਾਹ ਨੇ ਕਿਹਾ ਤੇਰਾ ਜ਼ੋਰ ਲੱਗ ਗਿਆ, ਹੁਣ ਤੂੰ ਲਾਂਭੇ ਹੋ ਜਾ। ਤੇ ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਰਹਿੰਦੇ ਵੀ ਕੋਈ ਇਹੋ ਜਿਹਾ ਬ੍ਰਾਹਮਣ ਦੱਸੋ ਭਾਈ ਜਿਹੜਾ ਚੰਡੀ ਪ੍ਰਗਟ ਕਰਨ ਦਾ ਕੋਈ ਦਾਵਾ ਕਰੇ। ਕੁੰਟਨ ਤੇ ਨਰ ਗਨ ਆਵੇ। ਇਸ ਤਰ੍ਹਾਂ ਆਨੰਦਾਂ ਦੀ ਪੁਰੀ ਦੇ ਵਿੱਚ ਮਹਾਰਾਜ ਸਾਹਿਬ ਸੱਚੇ ਸਤਿਗੁਰੂ ਜੀ ਚੋਜ ਕਰ ਰਹੇ ਹਨ। ਚੌਹਾਂ ਦਿਸ਼ਾਵਾਂ ਤੋਂ ਮਾਈ ਭਾਈ ਚੱਲ ਕਰਕੇ ਗੁਰੂ ਕਲਗੀਧਰ ਮਹਾਰਾਜ ਦੇ ਪਾਸ ਆਨੰਦਪੁਰ ਸਾਹਿਬ ਦਰਸ਼ਨ ਹਿਤ ਆਉਂਦੇ ਨੇ। ਅਨੇਕਾਂ ਤਰ੍ਹਾਂ ਦੀਆਂ ਭੇਟਾਂ ਵੀ ਮਾਈ ਭਾਈ ਸਿੱਖ ਸੰਗਤਾਂ ਅਰਪਣ ਕਰਦੀਆਂ ਹਨ। ਜਿਵੇਂ ਕੋਈ ਸੋਹਣੇ ਬਸਤਰ ਹੋਏ, ਗਹਿਣੇ ਹੋਏ, ਘੋੜੇ ਹੋਏ, ਹਥਿਆਰ ਸ਼ਸਤਰ, ਇਹ ਮਹਾਰਾਜ ਨੂੰ ਅਰਪਣ ਕਰਦੇ ਨੇ ਸਿੱਖ। ਅਜੀਬ ਹੀ ਵਸਤੂਆਂ ਜਿਹੜੀਆਂ ਵੇਖ ਕੇ ਬੰਦਾ ਕਹੇ ਹੈ ਏਦਾਂ ਦੀ ਵੀ ਵਸਤੂ ਹੁੰਦੀ, ਏਦਾਂ ਦੀਆਂ ਅਜਾਇਬ ਅਮੋਲਕ ਵਸਤੂਆਂ ਅਤੇ ਬਹੁਤਾ ਧਨ ਮਹਾਰਾਜ ਨੂੰ ਅਰਪਦੇ ਹਨ। ਮਨੋਕਾਮਨਾ ਪਾਏ ਸੁਧਾਰੇ। ਤੇ ਜਿਹੜਾ ਵੀ ਆਨੰਦਪੁਰ ਸਾਹਿਬ ਆਉਂਦਾ ਆਪਣੇ ਮਨ ਦੀ ਇੱਛਾ ਪੂਰੀ ਕਰਕੇ ਫੇਰ ਵਾਪਸ ਆਪਣੇ ਨਗਰ ਨੂੰ ਘਰ ਨੂੰ ਜਾਂਦਾ ਹੈ। ਕੀਰਤ ਚਾਰੋਂ ਵਰਨ ਉਚਾਰੇ। ਸਤਿਗੁਰੂ ਸਾਹਿਬ ਦੇ ਘਰੋਂ ਸਭ ਵਰਨਾਂ ਦੇ ਲੋਕ ਜਿਹੜੇ ਨੇ ਵਰੋਸਾਏ ਜਾ ਰਹੇ ਨੇ, ਕਿਉਂਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਵੀ ਇਹ ਨਹੀਂ ਵੀ ਇੱਥੇ ਕੋਈ ਉੱਚੀ ਜਾਤੀ ਦੇ ਹਿਸਾਬ ਨਾਲ ਬਖਸ਼ਿਸ਼ ਹੋ ਰਹੀ ਹੈ, ਚੌਹਾਂ ਵਰਨਾਂ ਦੇ ਲੋਕ ਆਉਂਦੇ ਨੇ। ਜਿਹੜਾ ਵੀ ਆਉਂਦਾ ਹੈ ਮਹਾਰਾਜ ਦੀ ਮਹਿਮਾ ਕਰਦਿਆਂ ਹੀ ਵਾਪਸ ਜਾਂਦਾ ਹੈ ਵੀ ਗੁਰੂ ਕਲਗੀਧਰ ਬੜੇ ਦਿਆਲੂ ਨੇ। ਪੀਰ ਜਮਤੀ ਆਏ ਅਨੇਕ। ਮੁਸਲਮਾਨਾਂ ਦੇ ਜਿਹੜੇ ਕੋਈ ਸ਼ਕਤੀਆਂ ਵਾਲੇ ਪੀਰ ਹਨ, ਉਹ ਵੀ ਅਨੇਕਾਂ ਹੀ ਚੱਲ ਕੇ ਮਹਾਰਾਜ ਦੀ ਚਰਨ ਸ਼ਰਨ ਆਉਂਦੇ ਹਨ। ਖੁਦਾਏ ਲੱਖ ਮਸਤਕ ਟੇਕੈ। ਗੁਰੂ ਕਲਗੀਧਰ ਜੀ ਨੂੰ ਖੁਦਾ ਦਾ ਸਰੂਪ ਜਾਣ ਕੇ ਵੀ ਰੱਬ ਨੇ ਹੀ ਆਪਣਾ ਸਰੂਪ ਧਾਰਿਆ, ਏਦਾਂ ਕਲਗੀਧਰ ਨੂੰ ਜਾਣ ਕੇ ਵੱਡੇ ਵੱਡੇ ਪੀਰ ਫਕੀਰ ਮਹਾਰਾਜ ਦੇ ਅੱਗੇ ਮੱਥਾ ਟੇਕਦੇ, ਜਿਨ੍ਹਾਂ 'ਚ ਆਪ ਵੀ ਸ਼ਕਤੀਆਂ ਨੇ ਨਾ, ਜਿਹੜੇ ਆਪ ਵੀ ਕੋਈ ਤਾਕਤਾਂ ਰੱਖਦੇ, ਉਹ ਵੀ ਪੀਰ ਮਹਾਰਾਜ ਨੂੰ ਮੱਥਾ ਟੇਕਦੇ ਹਨ। ਮਹਾਰਾਜ ਨਾਲ ਕੋਈ ਆਪਣਾ ਸਵਾਲ ਰੱਖਦੇ ਨੇ, ਗੁਰੂ ਸਾਹਿਬ ਉਸੇ ਵੇਲੇ ਉੱਤਰ ਦਿੰਦੇ ਨੇ, ਸੁਣ ਕੇ ਫਿਰ ਬੜੇ ਖੁਸ਼ ਹੁੰਦੇ ਹਨ। ਏਦਾਂ ਫਿਰ ਕਈ ਕੁਝ ਮਹਾਰਾਜ ਦੇ ਕੋਲ ਦਰਸ਼ਨ ਕਰਕੇ ਆਉਂਦੇ, ਦਰਸ਼ਨ ਕਰਕੇ ਸਤਿਗੁਰਾਂ ਪਾਸੋਂ ਚਲੇ ਜਾਂਦੇ ਨੇ। ਪਰ ਕਈ ਐਸੇ ਆਉਂਦੇ ਨੇ ਜਿਹੜੇ ਮਹਾਰਾਜ ਦੇ ਕੋਲ ਹੀ ਰਹਿ ਕੇ ਕਈ ਲੰਮਾ ਸਮਾਂ ਸੇਵਾ ਕਮਾਉਂਦੇ ਨੇ। ਜੋਗੀ ਸੰਨਿਆਸੀ। ਜਿਵੇਂ ਮੁਸਲਮਾਨਾਂ ਦੇ ਪੀਰ ਆਉਂਦੇ ਨੇ, ਇਸੇ ਤਰ੍ਹਾਂ ਹਿੰਦੂਆਂ ਦੇ ਵਿੱਚੋਂ ਪੂਜਣ ਯੋਗ ਜਿਹੜੇ ਉਹਨਾਂ ਦੇ ਜੋਗੀ ਜਾਂ ਕੋਈ ਸੰਨਿਆਸੀ ਸਾਧੂ ਹਨ। ਦਿਵਦ ਤੇਜ ਤੇ ਆਵੇਂ ਪਾਸੀ। ਮਹਾਰਾਜ ਸਾਹਿਬ ਜੀ ਦਾ ਦਿਵਦ ਤੇਜ ਤੇ ਆਵੇਂ ਪਾਸੀ। ਸਤਿਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਜਿਹੜਾ ਪ੍ਰਗਟ ਹੋਇਆ ਹੈ, ਉਹ ਵੇਖ ਕੇ ਜਾਣ ਕੇ ਸਤਿਗੁਰਾਂ ਦੇ ਪਾਸ ਆਉਂਦੇ ਹਨ। ਜਾਂ ਜਿਹੜੇ ਆਪ ਵੀ ਤੇਜ ਵਾਲੇ ਨੇ, ਜਿਨ੍ਹਾਂ ਜੋਗੀਆਂ ਸੰਨਿਆਸੀਆਂ 'ਚ ਕੋਈ ਆਪ ਵੀ ਕਣੀ ਹੈਗੀ ਹੈ, ਉਹ ਵੀ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਆਨੰਦਪੁਰ। ਜਪੀ ਤਪੀ ਬਾਉ ਭੇਖ ਵਿਰਾਗੀ। ਵੱਡੇ ਵੱਡੇ ਜਪ ਕਰਨ ਵਾਲੇ ਜਪੀ ਆਉਂਦੇ ਨੇ, ਤਪ ਸਾਧਣ ਵਾਲੇ ਤਪੀ ਆਉਂਦੇ ਨੇ, ਬਹੁਤੇ ਭੇਖਾਂ ਵਾਲੇ ਵੈਰਾਗੀ ਸਾਧੂ ਵੀ ਗੁਰੂ ਦੀ ਸ਼ਰਨ ਆਉਂਦੇ ਹਨ। ਦਰਸੈ ਪ੍ਰਭ ਕੋ ਜੋ ਵਡ
ਭਾਗੀ। ਜਿਹਦੇ ਵੀ ਵੱਡੇ ਭਾਗ ਨੇ ਉਹ ਆਨੰਦਪੁਰ ਆ ਕੇ ਪ੍ਰਭੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦਾ ਹੈ। ਰਜੈ ਅਨਕ ਸੰਦਨ ਕੀ ਬਾਨੀ। ਤੇ ਕਲਗੀਧਰ ਪਾਤਸ਼ਾਹ ਜੀ ਜਦੋਂ ਆਨੰਦਪੁਰ ਕੁਝ ਸਮਾਂ ਇਕਾਂਤ ਮਿਲਦਾ ਤੇ ਉਸ ਵੇਲੇ ਅਨੇਕਾਂ ਤਰ੍ਹਾਂ ਦੇ ਛੰਦ, ਸਵਈਆ ਛੰਦ, ਕਵਿਤ, ਦੋਹਰੇ ਆਦਿਕ ਅਨੇਕਾਂ ਹੀ ਤਰ੍ਹਾਂ ਦੇ ਛੰਦਾਂ ਦੁਆਰਾ ਦਸਮ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕਰਦੇ ਹਨ। ਸੁੰਦਰ ਰਸ ਸ਼ਿੰਗਾਰ ਕੇ ਸਨੀ। ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਜੋ ਗੁਰੂ ਸਾਹਿਬ ਜੀ ਉਚਾਰਦੇ ਹਨ, ਬੜੀ ਸੋਹਣੀ ਕਵਿਤਾ, ਸੁੰਦਰ ਰਸ ਸ਼ਿੰਗਾਰ ਕੇ ਸਾਨੀ, ਜਿਹੜੀ ਕਹਿੰਦੇ ਵੀ ਬਹੁਤ ਸੋਹਣੀ ਸੁੰਦਰ ਰਸ, ਜਿਹਦੇ ਵਿੱਚ ਜਿੰਨੇ ਵੀ ਰਸ ਹੁੰਦੇ ਨੇ ਕਵਿਤਾ ਦੇ, ਉਹ ਰਸ ਮਹਾਰਾਜ ਬਾਣੀ ਦੇ ਵਿੱਚ ਭਰਦੇ ਨੇ। ਜਿਵੇਂ ਸ਼ਿੰਗਾਰ ਰਸ ਹੁੰਦਾ ਹੈ ਵੀ ਕਿਸੇ ਚੀਜ਼ ਨੂੰ ਸ਼ਿੰਗਾਰਨਾ, ਵੀ ਉਹਨੇ ਕੱਪੜੇ ਇਹੋ ਜਿਹੇ ਪਾਏ, ਦਸਤਾਰ ਇਦਾਂ ਦੀ ਬੱਝੀ, ਕਲਗੀ ਇਦਾਂ ਦੀ ਸੱਜੀ, ਗਲ ਵਿੱਚ ਹੀਰੇ, ਹੱਥ ਵਿੱਚ ਸੋਨੇ ਦੇ ਕੜੇ, ਇਹ ਸ਼ਿੰਗਾਰ ਰਸ ਹੋ ਜਾਂਦਾ। ਇਦਾਂ ਸ਼ਿੰਗਾਰ ਰਸ ਦੇ ਨਾਲ ਮਿਲੀ ਹੋਈ ਕਵਿਤਾ ਬੜੀ ਸੋਹਣੀ ਉਚਾਰਦੇ ਹਨ। ਵਰਣਨ ਕਰੇ ਬਹੁਤ ਰਸ ਵੀਰ। ਫਿਰ ਵੀਰ ਰਸ ਇਹ ਵੀ ਇੱਕ ਕਵਿਤਾ ਦਾ ਹੀ ਰਚਨ ਦਾ ਢੰਗ ਹੈ ਤੇ ਬਹੁਤ ਵੀਰ ਰਸ ਦੇ ਵਿੱਚ ਮਿਲਾ ਕੇ ਮਹਾਰਾਜ ਬਾਣੀ ਉਚਾਰਦੇ ਹਨ। ਨਿਜ ਸੰਗਰਾਮ ਤਰਨ ਪਟ ਧੀਰ। ਆ ਸੂਰਮਿਆਂ ਦਾ ਧੀਰਜ ਧਾਰਨਾ, ਐਸੀ ਵੀਰ ਰਸੀ ਬਾਣੀ ਰਚਦੇ ਨੇ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਜਿਹੜੇ ਸੂਰਮੇ ਹਨ ਜੰਗ ਦੇ ਮੈਦਾਨ 'ਚ ਹੌਸਲਾ ਨਹੀਂ ਹਾਰਦੇ। ਜਿਹੜਾ ਕਲਗੀਧਰ ਦੀ ਬਾਣੀ ਪੜ੍ਹ ਲੈਂਦਾ ਉਹ ਵਰਦੇ ਹੋਏ ਗੋਲੀਆਂ ਤੀਰਾਂ ਦੇ ਮੀਂਹ ਦੇ ਵਿੱਚ ਲੋਹੇ ਤੇ ਲੋਹਾ ਖੜਕਦਾ, ਚੰਗਿਆੜੇ ਨਿਕਲਦਿਆਂ ਵਿੱਚ ਵੀ ਧੀਰਜ ਨਹੀਂ ਛੱਡਦਾ। ਧੀਰਜ ਦੇਣ ਵਾਲੀ ਸੂਰਮਿਆਂ ਨੂੰ ਬਾਣੀ, ਜੰਗ ਯੁੱਧ ਦੇ ਵਿੱਚ ਉਤਸ਼ਾਹਿਤ ਕਰਨ ਵਾਲੀ ਜਿਹੜੀ ਬਾਣੀ ਦਸਮ ਪਾਤਸ਼ਾਹ ਰਚਦੇ ਨੇ ਵੀਰ ਰਸ ਵਿੱਚ। ਅਦਕ ਰਾਂਦਰ ਪੁਰਕਾਰਥ ਜੋਦਾ। ਤੇ ਬਹੁਤ ਸਾਰਾ ਕਹਿੰਦੇ ਵੀ ਜਿਹੜੇ ਸੂਰਮੇ ਹਨ ਉਹਨਾਂ ਸੂਰਮਿਆਂ ਦੇ ਰੁਦਰ ਰਸ ਤੇ ਯੋਧਿਆਂ ਦਾ ਜਿਹੜਾ ਪ੍ਰਸ਼ਾਰਤ ਹੁੰਦਾ ਜੰਗ ਕਰਨ ਦਾ ਉਦਮ, ਐਸੀ ਬਾਣੀ ਰਚਦੇ ਵੀ ਜਿਹਨੂੰ ਸੁਣ ਕੇ, ਜਿਹਨੂੰ ਪੜ੍ਹ ਕੇ ਸੂਰਮੇ ਜੰਗ ਦਾ ਉਦਮ ਕਰਨ। ਜਿਹਨੂੰ ਕਹਿੰਦੇ ਪੜ੍ਹ ਸੁਣ ਕੇ ਜਿਹੜੇ ਕੋਈ ਗੁਰੂ ਕੇ ਸੂਰਮੇ ਹਨ ਉਹਨਾਂ ਦੇ ਮਨ ਦੇ ਵਿੱਚ ਰੋਦਰ ਰਸ ਆਵੇ। ਰੋਦਰ ਰਸ ਹੁੰਦਾ ਬੜਾ ਭਿਆਨਕ ਸਰੂਪ ਹੋ ਜਾਣਾ, ਅੱਖਾਂ ਲਾਲ ਹੋ ਜਾਣੀਆਂ, ਭਰਵੱਟੇ ਜਿਹੜੇ ਹਨ ਉਹ ਭੌਹਾਂ ਤਨਖ ਵਾਂਗ ਖੜੀਆਂ ਹੋਣੀਆਂ, ਮੱਥੇ ਤੇ ਤਿਉੜੀਆਂ ਹੋਣੀਆਂ, ਦੰਦੀਆਂ ਪੀਸਣੀਆਂ ਵੀ ਦੁਸ਼ਮਣ ਨੂੰ ਛੱਡਾਂਗਾ ਨਹੀਂ, ਮਾਰ ਦਿਆਂਗਾ। ਇਦਾਂ ਰੁਦਰ ਰਸ ਕਹਿੰਦੇ ਭਰਨ ਵਾਲੀ ਬਾਣੀ, ਰੁਦਰ ਰਸ ਮਹਾਰਾਜ ਉਚਾਰਦੇ ਨੇ। ਸੂਰਮਿਆਂ 'ਚ ਉਦਮ ਭਰਨ ਵਾਲੀ ਬਾਣੀ ਉਚਾਰਦੇ ਹਨ। ਦਵੈ ਸ਼ਸਤਰ ਜਿਮ ਬਾੜੈ ਕ੍ਰੋਧਾ। ਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ ਇਦਾਂ ਸੂਰਮਿਆਂ ਦਾ ਜੋਸ਼ ਵੱਧਦਾ ਹੈ ਜਿਵੇਂ ਕਿਤੇ ਵੈਰੀ ਦਾ ਸ਼ਸਤਰ ਵੱਜਿਆ, ਸਰੀਰ ਤੇ ਫੱਟ ਲੱਗਿਆ। ਜਿਵੇਂ ਕ੍ਰੋਧ ਆਉਂਦਾ ਨਾ ਜਦੋਂ ਕੋਈ ਮਾਰੇ ਆ ਕੇ, ਕੋਈ ਸ਼ਸਤਰ ਮਾਰ ਦੇ, ਕੋਈ ਫੱਟ ਲਾ ਦੇ, ਤੇ ਉਹ ਤੋਂ ਬਾਅਦ ਜਿਵੇਂ ਕਹਿੰਦੇ ਕਿਸੇ ਨੂੰ ਜੋਸ਼ ਆਉਂਦਾ ਏ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ, ਉਦਾਂ ਦਾ ਜੋਸ਼ ਆਉਂਦਾ ਮਾਨੋ ਕਿਸੇ ਨੇ ਸ਼ਸਤਰ ਦਾ ਫੱਟ ਮਾਰਤਾ ਹੋਵੇ। ਜਿਸ ਤੇ ਭਗਤਾ ਹਰ ਸਰੋਤਾ। ਕਲਗੀਧਰ ਦੀ ਬਾਣੀ ਐਸੀ ਆ ਦਸਮ ਗ੍ਰੰਥ ਵਿੱਚ ਲਿਖੀ ਹੋਈ ਜਿਹਨੂੰ ਪੜ੍ਹਨ ਵਾਲਾ ਵੀ, ਜਿਹਨੂੰ ਸੁਣਨ ਵਾਲਾ ਸਰੋਤਾ ਵੀ। ਵਡੈ ਵੀਰਤਾ ਮਨ ਮੈਂ ਆਓ ਪੜ੍ਹਨ ਵਾਲੇ ਦੇ ਮਨ ਵਿੱਚ ਵੀ ਵੀਰਤਾ, ਸੂਰਮਤਾ ਹੀ ਪੈਦਾ ਹੋ ਜਾਂਦੀ ਹੈ। ਜਿਹੜਾ ਦਸਵੇਂ ਪਾਤਸ਼ਾਹ ਦੀ ਬਾਣੀ ਨੂੰ ਸੁਣਦਾ ਉਹਦੇ ਅੰਦਰ ਵੀ ਵੀਰਤਾ, ਸੂਰਮਤਾ ਹੀ, ਯੋਧਿਆਂ ਵਾਲਾ ਜੋਸ਼ ਪੈਦਾ ਹੋ ਜਾਂਦਾ। ਐਸੀ ਬਾਣੀ ਮਹਾਰਾਜ ਉਚਾਰਦੇ ਨੇ। ਵਸ ਕਾਇਰ ਵੈ ਜਗ ਮਾਈ। ਪਾਤਸ਼ਾਹ ਦੀ ਬਾਣੀ ਐਡੀ ਮਹਾਨ ਹੈ, ਕਵੀ ਜੀ ਕਹਿੰਦੇ ਵੀ ਸਾਰੇ ਜਗਤ ਵਿੱਚ ਐਸਾ ਕਿਹੜਾ ਕਾਇਰ ਹੈ, ਐਸਾ ਕਿਹੜਾ ਵੱਡੇ ਤੋਂ ਵੱਡਾ ਡਰਪੋਕ ਹੈ। ਸਨ ਪਾਠੀ ਉਤਸ਼ਾਹ ਨਾ ਜਾਈ। ਵੀ ਜਿਸ ਕਾਇਰ ਤੋਂ ਕਾਇਰ ਬੰਦਾ ਜੇ ਗੁਰੂ ਕਲਗੀਧਰ ਦੀ ਬਾਣੀ ਸੁਣ ਲਵੇ, ਬਾਣੀ ਪੜ੍ਹ ਲਵੇ ਤੇ ਉਹਦੇ ਵਿੱਚ ਸੂਰਮਤਾ ਨਾ ਜਾਗੇ। ਕਹਿੰਦੇ ਇਹੋ ਜਿਹਾ ਕੋਈ ਕਾਇਰ ਵੀ ਨਹੀਂ ਹੋਣਾ ਦੁਨੀਆ 'ਚ। ਕਾਇਰ ਹੁੰਦੇ ਨਾ ਡਰਪੋਕ, ਜਿਹੜੇ ਬਿਲਕੁਲ ਡਰਦੇ ਰਹਿੰਦੇ ਨੇ। ਕਾਇਰਤਾ ਹੈ ਜਿਨ੍ਹਾਂ ਅੰਦਰ, ਜਿਹੜੇ ਜ਼ੁਲਮ ਦੇ ਖਿਲਾਫ ਬੋਲ ਨਹੀਂ ਸਕਦੇ, ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਉਠਾ ਸਕਦੇ। ਕਵੀ ਜੀ ਕਹਿੰਦੇ ਇਦਾਂ ਦਾ ਕੋਈ ਕਾਇਰ ਤੋਂ ਕਾਇਰ ਬੰਦਾ ਵੀ ਦੁਨੀਆ ਦਾ, ਬਿਲਕੁਲ ਧੱਕਿਆ ਬੰਦਾ ਵੀ ਹੋਵੇ, ਜੇ ਹੋਵੇ ਗੁਰੂ ਕਲਗੀਧਰ ਸਾਹਿਬ ਦੀ ਦਸਮ ਗ੍ਰੰਥ ਦੀ ਬਾਣੀ ਪੜ੍ਹ ਲਵੇ ਜਾਂ ਦਸਮ ਗ੍ਰੰਥ ਦੀ ਬਾਣੀ ਸੁਣ ਲਵੇ, ਉਹਦੇ ਮਨ ਦੇ ਵਿੱਚ ਵੀ ਚਾਅ ਆ ਜਾਂਦਾ ਏ, ਉਹਦੇ ਮਨ ਵਿੱਚ ਵੀ ਉਤਸ਼ਾਹ ਆ ਜਾਂਦਾ ਹੈ ਵੀ ਮੈਂ ਜੰਗ ਯੁੱਧ ਕਰਦਿਆਂ ਰਣ ਤੱਤੇ ਦੇ ਵਿੱਚ ਜੂਝਦਿਆਂ ਹੋਇਆਂ ਸ਼ਹੀਦ ਹੋ ਜਾਵਾਂ। ਕਾਇਰ ਬੰਦਿਆਂ ਨੂੰ ਹੀ ਮਰਦ ਬਣਾਉਂਦੀ, ਦਲੇਰ ਬਣਾਉਂਦੀ ਹੈ।
ਐਸੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਚਾਰਦੇ ਹਨ। ਰਣ ਮੈਂ ਮਾਂ ਕੋ ਕਹਿ ਮਾਨੀ। ਜਿਸ ਬਾਣੀ ਦੇ ਅੰਦਰ ਜੰਗ ਯੁੱਧ ਦੀ ਬੜੀ ਮਹਿਮਾ ਹੈ, ਸੂਰਮਿਆਂ ਦੀ ਬੜੀ ਮਹਿਮਾ ਹੈ, ਸ਼ਾਸਤਰਾਂ ਦੀ ਬੜੀ ਮਹਿਮਾ ਹੈ, ਯੋਧਿਆਂ ਦਾ ਬੜਾ ਸਤਿਕਾਰ ਹੈ, ਜਿੱਥੇ ਮਹਾਰਾਜ ਕਹਿੰਦੇ ਨੇ ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨ ਨਿਤ ਰਹੈ, ਜਸ ਨਾਵ ਚੜ੍ਹੈ ਪਵ ਸਾਗਰ ਤਾਰੈ, ਧੀਰਜ ਧਾਮ ਬਨਾਏ ਇਹ ਤਨ, ਬੁੱਧ ਸੰਦੀਪਕ ਜਿਉ ਜਿਆਰੈ, ਗਿਆਨੈ ਕੀ ਵੱਢਨੀ ਮਨੁ ਹਾਥ ਲੈ, ਕਾਤਰਤਾ ਕਤਵਾਰ ਬਹਾਰੈ। ਇਹੋ ਜਿਹੇ ਸ਼ਬਦ ਨੇ ਵੀ ਉਹਨਾਂ ਦਾ ਜੀਵਣਾ ਧਨ ਹੈ, ਜਿਹੜੇ ਆਪਣੇ ਸਰੀਰ ਨੂੰ ਨਾਸਵੰਤ ਜਾਣ ਕੇ ਦਾ ਮੋਹ ਤਿਆਗ ਕੇ ਰਣ ਤੱਤੇ ਵਿੱਚ ਜੂਝਦੇ ਨੇ, ਅਣਖ ਗੈਰਤ ਧਰਮ ਦੇ ਲਈ ਲੜ ਮਰਦੇ ਨੇ। ਦਸਮ ਪਾਤਸ਼ਾਹ ਦੀ ਬਾਣੀ ਜਾਪ ਸਾਹਿਬ, ਇਹਦੇ ਵਿੱਚ ਰੱਬ ਦੀ ਵਡਿਆਈ ਹੈ, ਪਰ ਇਸ ਛੰਦਾਬੰਦੀ 'ਚ ਮਹਾਰਾਜ ਨੇ ਰਚੀ ਵੀ ਇਹਨੂੰ ਪੜ੍ਹਦਿਆਂ ਵੀ ਬੰਦੇ ਦੇ ਅੰਦਰ ਵੀਰ ਰਸ ਆ ਜਾਂਦਾ ਹੈ। ਦਸਮ ਗ੍ਰੰਥ ਦੀ ਬਾਣੀ ਵੀਰ ਰਸ ਦੇ ਹਿਸਾਬ ਨਾਲ ਰਚੀ ਹੈ। ਤੇ ਕਵੀ ਜੀ ਕਹਿੰਦੇ ਨੇ ਜਿਹਦੇ ਵਿੱਚ ਬੜੀ ਜੰਗ ਦੀ ਮਹਾਨ ਤੋਂ ਮਹਾਨ ਕਥਾ ਹੈ। ਪੁਰਾਣੇ ਯੁੱਗਾਂ 'ਚ ਵੀ ਜਿਨ੍ਹਾਂ ਸੂਰਮਿਆਂ ਜੰਗ ਕੀਤੇ ਉਹਨਾਂ ਯੋਧਿਆਂ ਦੇ ਵੀ ਗੁਣ ਗਾਏ ਨੇ ਮਹਾਰਾਜ ਸਾਹਿਬ ਜੀ ਨੇ। ਫਿਰ ਸਭ ਤੋਂ ਵੱਡੀ ਗੱਲ ਹੈ, ਇੱਕ ਔਰਤ ਦੀ ਮਹਿਮਾ ਨਹੀਂ ਕਿਸੇ ਨੇ ਕੀਤੀ। ਬੜੇ ਕਹਿੰਦੇ ਵੀ ਅਸੀਂ ਵੀ ਔਰਤ ਨੂੰ ਮਾਣ ਦਿੰਨੇ ਆ, ਪਰ ਇੱਕ ਔਰਤ ਜਿਹੜੀ ਲੜੀ ਹੈ ਕੱਲੀ ਦੈਂਤਾਂ ਦੇ ਨਾਲ, ਉਹਦੀ ਮਹਿਮਾ ਕਹਿੰਦਿਆਂ ਹੋਇਆਂ ਮਹਾਰਾਜ ਨੇ ਚੰਡੀ ਦੀ ਵਾਰ ਰਚੀ ਹੈ। ਚੰਡੀ ਦੀ ਵਾਰ, ਚੰਡੀ ਇੱਥੇ ਜੋ ਔਰਤ ਦਾ ਯੁੱਧ ਹੋਇਆ ਹੈ ਦੈਂਤਾਂ ਦੇ ਨਾਲ, ਜਿਵੇਂ ਉਹ ਲੜੀ ਹੈ, ਜਿਵੇਂ ਉਹ ਜਿੱਤੀ ਹੈ, ਉਹਦਾ ਮਹਾਰਾਜ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਕਥਨ ਕੀਤਾ। ਗੁਰੂ ਕਲਗੀਧਰ ਸਾਹਿਬ ਜੀ ਨੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਕਹਿੰਦੇ ਪੰਜਾਬੀ 'ਚ ਲਿਖੀ ਹੋਈ ਇਹਦੇ ਵਰਗੀ ਵਾਰ ਹੋਰ ਕੋਈ ਅਸੀਂ ਕਦੀ ਪੜ੍ਹੀ ਨਹੀਂ। ਜੈਸੀ ਵਾਰ ਪੰਜਾਬੀ ਦੇ ਅੱਖਰ ਨੇ, ਦੇਸ਼ ਭਾਖਾ ਹੈ, ਜੋ ਦਸਮ ਗ੍ਰੰਥ ਵਿੱਚ ਕਲਗੀਧਰ ਸਾਹਿਬ ਜੀ ਨੇ ਉਚਾਰਨ ਕੀਤੀ, ਲਿਖੀ ਹੋਈ ਹੈ। ਵੇ ਜੰਗ ਦੀ ਮਹਿਮਾ ਦੀ ਬੜੀ ਮਹਾਨ ਕਥਾ ਕਹੀ ਹੈ। ਜੰਬੋ ਸਭ ਨਰ ਆਜੁਦ ਪਾਨੀ। ਆ ਕਿਉਂ ਚਾਹੁੰਦੇ ਕੀ ਨੇ ਮਹਾਰਾਜ? ਚਾਹੇ ਉਹ ਸਭ ਨਾਲ ਆਜੁਦ ਪਾਨੀ। ਸਾਹਿਬ ਚਾਹੁੰਦੇ ਨੇ ਵੀ ਸਾਰੇ ਹੀ ਜਿਹੜੇ ਪੁਰਖ ਨੇ ਨਾ ਹੱਥ ਵਿੱਚ ਸ਼ਸਤਰ ਧਾਰੀ ਹੋ ਜਾਣ, ਹਰ ਇੱਕ ਸੂਰਮਾ ਸ਼ਸਤਰ ਧਾਰੀ ਹੋਵੇ, ਹਰ ਇੱਕ ਦੇ ਕੋਲ ਸ਼ਸਤਰ ਹੋਣ। ਆਨ ਕਵੀ ਮੋ ਪਾਸ ਤੇਰੇ ਹੈ। ਇਹ ਤਾਂ ਮਹਾਰਾਜ ਆਪ ਵੀ ਕਵਿਤਾ ਉਚਾਰਦੇ ਨੇ, ਹੋਰ ਜਿਹੜੇ ਗੁਣੀ ਗਿਆਨੀ ਕਵਿਤਾ ਉਚਾਰਨ ਵਾਲੇ ਉਹ ਵੀ ਮਹਾਰਾਜ ਜੀ ਦੇ ਪਾਸ ਆ ਕੇ ਰਹਿੰਦੇ ਹਨ ਆਨੰਦਪੁਰ। ਅਨਕ ਬਾਦ ਕੀ ਗਿਰਾ ਕਰਿਆ। ਜਿਹੜੇ ਕਵੀ ਆਉਂਦੇ ਨੇ ਉਹ ਵੀ ਕਈ ਤਰ੍ਹਾਂ ਦੀ ਬਾਣੀ ਰਚਦੇ, ਕਈ ਤਰ੍ਹਾਂ ਦੇ ਕਵਿਤ ਸਵਈਏ ਕਵਿਤਾ ਗੁਰੂ ਕਲਗੀਧਰ ਦੇ ਹੁਕਮ ਨਾਲ ਰਚਦੇ ਹਨ। ਮਨ ਭਾਵਤ ਮੋ ਲੈ ਪਦਾਰਥ। ਤੇ ਜਿਹੜਾ ਵੀ ਮਹਾਰਾਜ ਕੋ ਆ ਕੇ ਆਪਣੇ ਗੁਣ ਵਿਖਾਉਂਦਾ, ਆਪਣੀ ਵਿਦਿਆ ਦੱਸਦਾ, ਉਹ ਮਨ ਭਾਉਂਦੇ ਸਾਰੇ ਪਦਾਰਥ ਦਸਮ ਪਾਤਸ਼ਾਹ ਕੋ ਪ੍ਰਾਪਤ ਕਰ ਲੈਂਦਾ, ਸਿੱਖ ਜਾਂ ਵਿਦਵਾਨ। ਬਹੁਤਾ ਧਨ ਮਹਾਰਾਜ ਉਸ ਵਿਦਵਾਨ ਨੂੰ ਦਿੰਦੇ ਜਿਹੜਾ ਕੋਈ ਕਵਿਤ ਸਵਈਆ, ਕੋਈ ਸੋਹਣੀ ਕਵਿਤਾ ਰਚ ਕੇ ਮਹਾਰਾਜ ਨੂੰ ਸੁਣਾਉਂਦਾ, ਕਿਸੇ ਸੂਰਮੇ ਦੀ ਸਾਖੀ ਸੁਣਾਉਂਦਾ, ਉਹ ਤੇ ਖੁਸ਼ ਹੋ ਕੇ ਬਹੁਤੀ ਮਾਇਆ ਦੇ ਦਿੰਦੇ। ਇੰਨੀ ਮਾਇਆ ਪ੍ਰਾਪਤ ਕਰਦੇ ਕਵੀ ਵੀ ਉਹਨਾਂ ਦੇ ਸਵਾਰਥ ਸਾਰੇ ਪੂਰੇ ਹੋ ਜਾਂਦੇ ਨੇ। ਭਾਰਤ ਕੇ ਗਨ ਪਰਮ ਉਦਾਰ। ਫਿਰ ਜਿਵੇਂ ਮਹਾਭਾਰਤ ਗ੍ਰੰਥ ਦੇ ਵਿੱਚ ਜਿਹੜੇ ਜੰਗ ਯੁੱਧ ਵਾਲੇ ਪ੍ਰਸੰਗ ਹਨ, ਉਹ ਕਹਿ ਕੇ ਕਵੀਆਂ ਨੂੰ ਵੀ ਜਿੰਨੀ ਵੀ ਜੰਗ ਯੁੱਧ ਦੀ ਕਥਾ ਮਹਾਭਾਰਤ ਦੇ ਵਿੱਚ ਹੈ ਉਹ ਵੀ ਚੁਣ ਕੇ ਤੁਸੀਂ ਉਹਦਾ ਉਲੱਥਾ ਕਰੋ। ਸੰਸਕ੍ਰਿਤ ਦੇ ਵਿੱਚੋਂ ਬ੍ਰਿਜ ਭਾਸ਼ਾ ਦੇਸ਼ ਭਾਖਾ ਵਿੱਚ ਲਿਖੋ। ਜਿਨ ਮੈਂ ਮਰਨਿਓ ਜੰਗ ਅਖਾੜਾ। ਹਾਂ, ਜਿਨ੍ਹਾਂ ਦੇ ਵਿੱਚ ਜੰਗ ਅਖਾੜੇ ਦਾ ਵਰਣਨ ਹੈ, ਜਿਨ੍ਹਾਂ ਪ੍ਰਸੰਗਾਂ ਦੇ ਵਿੱਚ, ਜਿਨ੍ਹਾਂ ਪਰਬਾਂ ਦੇ ਵਿੱਚ, ਪਰਬ ਕਹਿੰਦੇ ਨੇ ਜਿਹੜੇ ਮਹਾਭਾਰਤ ਦੀ ਕਥਾ ਦੇ ਹਿੱਸੇ ਨੇ ਨਾ, ਉਹਨਾਂ ਨੂੰ ਕਹਿੰਦੇ ਨੇ ਪਰਬ। ਤੇ ਜਿਨ੍ਹਾਂ ਪਰਬਾਂ ਦੇ ਵਿੱਚ, ਜਿਨ੍ਹਾਂ ਹਿੱਸਿਆਂ 'ਚ ਜੰਗ ਦੀ ਕਥਾ ਹੈ, ਮਹਾਭਾਰਤ ਦੇ ਅੰਦਰ ਸੂਰਮਿਆਂ ਦੇ ਲੜਨ ਦੀ ਕਥਾ, ਕਲਗੀਧਰ ਸਾਹਿਬ ਜੀ ਕਹਿ ਕਰਕੇ ਉਹਨਾਂ ਦਾ ਉਲੱਥਾ ਕਰਾਉਂਦੇ ਹਨ। ਸੋ ਕਵੀਆਂ ਤੇ ਕਹਿ ਬਣਵਾਏ। ਉਹ ਮਹਾਰਾਜ ਕਵੀਆਂ ਨੂੰ ਕਹਿ ਕੇ ਬਣਾਉਂਦੇ ਹਨ, ਕਵਿਤਾ ਰਚਦੇ ਹਨ। ਅਨਬਿਸ਼ੰਦ ਸੁੰਦਰ ਵਿਦ ਗਾਏ। ਅਨੇਕਾਂ ਤਰ੍ਹਾਂ ਦੇ ਛੰਦ ਬੜੀ ਸੁੰਦਰ ਵਿਧੀ ਦੇ ਨਾਲ ਕਵੀ ਲੋਕ ਗਾ ਕੇ ਮਹਾਰਾਜ ਦੇ ਕੋਲ ਕਵਿਤਾ ਰਚਦੇ ਨੇ। ਸ੍ਰੀ ਅਜੀਤ ਸਿੰਘ ਆਨੰਦ ਬਿਲਾਵੇ। ਇਵੇਂ ਸਮਾਂ ਲੰਘ ਰਿਹਾ ਹੈ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਵੱਡੇ ਹੋ ਰਹੇ ਨੇ ਤੇ ਬੜੇ ਆਨੰਦ ਦੇ ਵਿੱਚ ਰਹਿੰਦੇ ਹਰ ਸਮੇਂ। ਬੈਠਾ ਨਿਕਟ ਪਿਤਾ ਸੁਖ ਕੰਦ। ਤੇ ਸੁੱਖਾਂ ਦੇ ਮੁੱਢ ਸੁਖ ਦੇਣ ਹਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ
ਆਪਣੇ ਪਿਤਾ ਸਤਿਗੁਰਾਂ ਦੇ ਕੋਲ ਬਾਬਾ ਅਜੀਤ ਸਿੰਘ ਜਾ ਕੇ ਬੈਠ ਜਾਂਦੇ ਨੇ। ਕਈ ਵਾਰ ਘੰਟਿਆਂ ਬੱਧੀ ਬੈਠੇ ਰਹਿੰਦੇ ਹਨ। ਖੇਲਤ ਸ੍ਰੀ ਜੁਝਾਰ ਸਿੰਘ ਆਵੇ, ਅਤੇ ਖੇਲਤ ਸ੍ਰੀ ਜੁਝਾਰ ਸਿੰਘ ਆਵੇ। ਬਾਬਾ ਜੁਝਾਰ ਸਿੰਘ ਵੀ ਇਹ ਵੀ ਖੇਡਾਂ ਖੇਡਦਿਆਂ ਨੂੰ ਵੇਖਦੇ ਨਾ ਵੀ ਮੇਰਾ ਵੱਡਾ ਵੀਰ ਆਪਣੇ ਪਿਤਾ ਸਤਿਗੁਰਾਂ ਦੇ ਕੋਲ ਬੈਠਾ, ਵੀ ਮੈਂ ਵੀ ਪਿਤਾ ਜੀ ਕੋਲ ਬੈਠਣਾ। ਬਾਬਾ ਜੁਝਾਰ ਸਿੰਘ ਵੀ ਖੇਡਦਿਆਂ ਮਹਾਰਾਜ ਦੇ ਕੋਲ ਆ ਜਾਂਦਾ। ਪਿਤਾ ਸਮੀਪ ਤੇਰਾ ਹਰ ਕਾਵੇ, ਆਪਣੇ ਪਿਤਾ ਦਸਮ ਪਾਤਸ਼ਾਹ ਦੇ ਕੋਲ ਬੈਠਦੇ ਨੇ। ਕਈ ਘੰਟੇ ਬੈਠੇ ਰਹਿੰਦੇ ਨੇ। ਜਿੱਦਣ ਮਹਾਰਾਜ ਸਾਹਿਬ ਜੀ ਇਕਾਂਤ ਵਿੱਚ ਹੋਣ, ਮਹਾਰਾਜ ਦੇ ਬਚਨ ਸੁਣਦੇ ਬੜੇ ਖੁਸ਼ ਹੁੰਦੇ ਹਨ ਮਹਾਰਾਜ ਦੇ ਕੋਲ ਬੈਠ ਕਰਕੇ। ਤੇ ਫਿਰ ਜਿਹੜੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਹਨ, ਉਹਨਾਂ ਨੂੰ ਵੀ ਜਿਹੜਾ ਖਡਾਵਾ ਸਿੱਖ ਹੈ ਉਹ ਚੁੱਕ ਕਰਕੇ ਮਹਾਰਾਜ ਦੇ ਕੋਲ ਲੈ ਆਉਂਦਾ। ਸ੍ਰੀ ਜੋਰਾਵਰ ਸਿੰਘ ਸੁਹਾਵੇ, ਸ੍ਰੀ ਬਾਬਾ ਜੋਰਾਵਰ ਸਿੰਘ ਵੀ ਮਹਾਰਾਜ ਕਲਗੀਧਰ ਜੀ ਦੇ ਕੋਲ ਬੈਠੇ ਹੋਏ ਗੋਦ ਵਿੱਚ ਬੜੇ ਸੋਹਣੇ ਲੱਗਦੇ ਹਨ। ਮਹਾਰਾਜ ਸਾਹਿਬ ਦੇ ਤਿੰਨੇ ਸਾਹਿਬਜ਼ਾਦਿਆਂ ਨੂੰ ਵੇਖ ਵੇਖ ਕੇ ਮਾਈ ਭਾਈ ਸਿੱਖ ਸੰਗਤਾਂ ਬਲਹਾਰ ਸਦਕੇ ਜਾਂਦੀਆਂ ਨੇ। ਇਸ ਤਰ੍ਹਾਂ ਕਰੇ ਸਰਾਹਨ ਬਹੁ ਨਰ ਨਾਰੀ। ਬਹੁਤ ਮਾਈ ਭਾਈ ਮਹਾਰਾਜ ਸਾਹਿਬ ਦੀ ਸ਼ਲਾਘਾ ਕਰਦੇ ਨੇ, ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਸ਼ਲਾਘਾ ਕਰਦੇ ਹਨ। ਜੇਵਰ ਜਬਰ ਜੋਤ ਜਿਨ ਜਾਹਰ, ਅਤੇ ਬੜੇ ਸੋਹਣੇ ਕਹਿੰਦੇ ਵੀ ਉਹਨਾਂ ਨੂੰ ਗਹਿਣੇ ਪਹਿਨਾਏ ਨੇ। ਜੇਵਰ ਜਬਰ ਡਾਢੇ ਕਹਿੰਦੇ, ਡਾਢੀ ਜਿਨ੍ਹਾਂ ਦੀ ਜੋਤ ਜਿਨ ਜਾਹਰ, ਜਾਹਰ ਪ੍ਰਗਟੀ ਜਿਨ੍ਹਾਂ ਜੋ ਪ੍ਰਕਾਸ਼ ਹੁੰਦਾ ਹੈ ਗਹਿਣਿਆਂ ਚੋਂ। ਜਗਮਗ ਜਾਹਰ ਜਰੇ ਜਵਾਹਰ, ਅਤੇ ਜਗਮਗ ਕਰਦੇ ਜਿਹੜੇ ਜਵਾਹਰਾਤਕ ਵਿੱਚ ਉਹਨਾਂ ਗਹਿਣਿਆਂ ਦੇ ਜੜਤ ਕੀਤੇ ਨੇ ਉਹ ਵੀ ਲਿਸ਼ਕਦੇ ਹਨ। ਸ੍ਰੀ ਜੀਤੋ ਕੀ ਮਾਵਾ ਬਲਾਖਾ, ਇਧਰ ਸ੍ਰੀ ਮਾਤਾ ਜੀਤੋ ਜੀ ਦੋ ਸਾਹਿਬਜ਼ਾਦਿਆਂ ਨੂੰ ਜਨਮ ਦਿੱਤਾ, ਪਰ ਮਨ ਵਿੱਚ ਬਲਾਖਾ ਹੈ ਵੀ ਇਹ ਚਾਰ ਭਾਈ ਪੂਰੇ ਹੋ ਜਾਣ। ਗੁਰਬਤ ਬਿਗੈ ਭਾਵ ਨਿਤ ਰਾਖਾ, ਉਹ ਭਾਵਨਾ ਪੂਰੀ ਕਰਨ ਦੇ ਲਈ ਆਪਣੇ ਪਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬੜੀ ਭਾਵਨਾ ਰੱਖਦੇ ਨੇ। ਮਹਾਰਾਜ ਦੇ ਕਹੇ ਅਨੁਸਾਰ ਸਿੱਖ ਸੇਵਕਾਂ ਦੀ ਸੇਵਾ ਕਰਦੇ ਹਨ, ਸੰਗਤ ਦੀ ਸੇਵਾ ਕਰਦੇ ਨੇ, ਮਹਾਰਾਜ ਦੀ ਸੇਵਾ ਕਰਦੇ ਨੇ। ਸਦਾ ਜਤਾ ਪ੍ਰਭ ਕਹੇ, ਤੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਕਮ ਕਰ ਦਿੰਦੇ, ਸ੍ਰੀ ਮਾਤਾ ਜੀਤੋ ਜੀ ਉਸੇ ਤਰ੍ਹਾਂ 7 ਵਚਨ ਕਹਿ ਕੇ ਮੰਨਦੇ, ਉਸੇ ਵੇਲੇ ਹੱਥ ਜੋੜ ਕੇ ਸਿਰ ਝੁਕਾ ਦਿੰਦੇ। ਸੇਵਤ ਸਤ ਸੰਗਤ ਰਹਿ, ਜਿਵੇਂ ਮਹਾਰਾਜ ਨੇ ਕਿਹਾ ਸੀ ਨਾ ਵੀ ਜੀਤੋ ਜੀ ਸਾਧ ਸੰਗਤ ਦੀ ਸੰਤਾਂ ਦੀ ਸੇਵਾ ਕਰਕੇ ਕੀ ਨਹੀਂ ਮਿਲਦਾ, ਤੇ ਤੁਸੀਂ ਸੰਗਤ ਦੀ ਸੇਵਾ ਕਰਿਆ ਕਰੋ। ਉਹ ਮਹਾਰਾਜ ਦਾ ਵਚਨ ਮੰਨ ਕੇ ਸੇਵਾ ਕਰਦੇ ਨੇ, ਸੰਗਤ ਦੀ ਸੇਵਾ ਕਰਦੇ, ਕਦੀ ਜੋੜੇ ਝਾੜਦੇ, ਕਦੀ ਲੰਗਰ ਦੇ ਬਰਤਨ ਮਾਂਜਦੇ, ਕਦੀ ਘਰ ਵਿੱਚ ਭੋਜਨ ਤਿਆਰ ਕਰਕੇ ਗਰੀਬ ਗੁਰਬੇ ਸਾਧੂਆਂ ਨੂੰ ਛਕਾਉਂਦੇ ਨੇ। ਅਥਿਤੀ ਜਿਹੜੇ ਬਾਹਰੋਂ ਕੋਈ ਲੋੜਵੰਦ ਚੱਲ ਕੇ ਆਉਂਦੇ ਉਹਨਾਂ ਨੂੰ ਛਕਾਉਂਦੇ ਹਨ। ਜੇ ਕਿਸੇ ਨੂੰ ਨੰਗਾ ਵੇਖ ਲੈਂਦੇ ਨੇ, ਪਾਟੇ ਪੁਰਾਣੇ ਕੱਪੜੇ, ਉਹਨੂੰ ਬਸਤਰ ਦੇ ਕੇ ਸੇਵਾ ਕਰਦੇ ਨੇ। ਮੂਰਤ ਕੋ ਹਿਰਦੈ ਬਸਾਵੇ, ਸੇਵਾ ਕਰਦੇ ਆਪਣੇ ਦਿਲ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਵਸਾ ਕੇ ਰੱਖਦੇ ਹਨ। ਅੰਦਰ ਮਹਾਰਾਜ ਦਾ ਹੀ ਧਿਆਨ ਹੈ ਪਤੀ ਦਾ। ਥਿਰ ਕਰ ਮਨ ਕੋ ਮੋਦ ਉਪਾਵੇ, ਇਸ ਤਰ੍ਹਾਂ ਥਿਰ ਕਰ ਮਨ ਕੋ ਮੋਦ ਉਪਾਵੇ, ਆਪਣੇ ਮਨ ਨੂੰ ਦਸਮ ਪਾਤਸ਼ਾਹ ਦੇ ਚਰਨਾਂ ਵਿੱਚ ਟਿਕਾ ਕੇ ਬੜਾ ਖੁਸ਼ ਹੁੰਦੇ ਨੇ ਮਾਤਾ ਜੀਤੋ ਜੀ। ਹੋਇਆ ਬਲਾਖਾ ਲੱਖ ਕਰ ਸੁਆਮੀ, ਜਦੋਂ ਦਸਮ ਪਾਤਸ਼ਾਹ ਨੇ ਵੇਖਿਆ ਨਾ ਵੀ ਜੀਤੋ ਜੀ ਦੇ ਅੰਦਰ, ਜੀਤੋ ਰਾਣੀ ਦੇ ਅੰਦਰ ਹਾਲਾਂ ਸੇਵਾ ਕਰਕੇ ਤੇ ਹੋਰ ਪੁੱਤਰ ਪ੍ਰਾਪਤੀ ਦੀ ਬੜੀ ਅਭਲਾਖਾ ਹੈ। ਇਸਕੇ ਮੰਦਰ ਅੰਤਰਜਾਮੀ, ਅੰਤਰਜਾਮੀ ਪਾਤਸ਼ਾਹ ਮਾਂ ਆਪਣੇ ਮਹਿਲ ਜੀਤੋ ਜੀ ਦੀ ਭਾਵਨਾ ਪੂਰੀ ਕਰਨ ਦੇ ਲਈ, ਉਹਨਾਂ ਨੂੰ ਸੇਵਾ ਬਖਸ਼ਣ ਦੇ ਲਈ ਮਹਿਲਾਂ ਦੇ ਵਿੱਚ ਗਏ ਹਨ। ਵਾਰ ਸ਼ਨੀਸ਼ਰ ਕੀ ਨਿਸ ਜਵੈ, ਸ਼ਨੀਵਾਰ ਦੀ ਰਾਤਰੀ ਨੂੰ ਮਹਾਰਾਜ ਨੇ ਮਹਿਲਾਂ ਦੇ ਵਿੱਚ ਨਿਵਾਸ ਕੀਤਾ। ਵਸੇ ਜਾਏ ਜੀਤੋ ਗ੍ਰਹਿ ਤਬੈ, ਸ੍ਰੀ ਜੀਤੋ ਜੀ ਦੇ ਗ੍ਰਹਿ ਵਿੱਚ ਵਸੇ ਨੇ। ਮਹਾਰਾਜ ਦੀ ਬੜੀ ਭਾਵਨਾ ਨਾਲ ਸੇਵਾ ਕੀਤੀ ਹੈ। ਮੰਗਲ ਅਨਕ ਪ੍ਰਕਾਰ, ਅਨੇਕਾਂ ਤਰ੍ਹਾਂ ਦੇ ਮੰਗਲ ਖੁਸ਼ੀਆਂ ਬਖਸ਼ਣ ਦੇ ਵਾਸਤੇ ਮਹਾਰਾਜ ਸਾਹਿਬ ਜੀ ਦੇ ਸੇਵਾ ਚਰਨ ਕਮਲ ਹਿਤ ਧਾਰੇ, ਹਿਤ ਧਾਰ ਕੇ ਮਾਤਾ ਜੀਤੋ ਜੀ ਚਰਨ ਕਮਲਾਂ ਦੀ ਸੇਵਾ ਕਰਦੇ ਨੇ। ਅਨੇਕਾਂ ਤਰ੍ਹਾਂ ਦੇ ਖੁਸ਼ੀਆਂ ਲੈਣ ਦੇ ਲਈ ਪਾਤਸ਼ਾਹ ਦੇ ਚਰਨ ਮੁੱਠੀ ਚਾਪੀ ਵੀ ਕਰਦੇ ਹਨ। ਚੌਥੀ ਵਾਰ ਆਨੰਦ ਚੌਥੇ ਹਿਤ, ਇਸ ਤਰ੍ਹਾਂ ਚੌਥੇ ਸਾਹਿਬਜ਼ਾਦੇ ਦੇ ਪ੍ਰਗਟ ਕਰਨ ਦੇ ਹਿੱਤ ਚੌਥੀ ਵਾਰ
ਘਰ ਬਸੇ ਆਨੰਦ ਦੇਵੇ। ਕਲਗੀਧਰ ਮਹਾਰਾਜ ਆਪਣੇ ਮਹਿਲਾਂ ਦੇ ਵਿੱਚ ਵਸੇ ਨੇ, ਆਪਣੇ ਪਰਿਵਾਰ ਦੇ ਵਿੱਚ, ਘਰ ਦੇ ਵਿੱਚ ਵਸੇ ਹਨ, ਸਭ ਨੂੰ ਆਨੰਦ ਦੇਣ ਦੇ ਲਈ, ਖੁਸ਼ੀਆਂ ਬਖਸ਼ਣ ਦੇ ਲਈ। ਪੰਚਮ ਬੇਰ ਨਾ ਬਸੇ ਗੁਸਾਈ। ਪੰਜਵੀਂ ਵਾਰ ਨਹੀਂ ਮਹਾਰਾਜ ਸਾਹਿਬ ਫਿਰ ਮਹਿਲਾਂ ਦੇ ਵਿੱਚ ਨਿਵਾਸ ਕੀਤਾ। 4 ਸਾਹਿਬਜ਼ਾਦੇ ਹੀ ਪ੍ਰਗਟ ਕੀਤੇ ਪਾਤਸ਼ਾਹ ਨੇ। ਬ੍ਰਹਮਚਰਜ ਧਰ ਬੈਸ ਬਿਤਾਈ। ਉਸ ਤੋਂ ਬਾਅਦ ਮਹਾਰਾਜ ਸਾਹਿਬ ਜੀ ਨੇ ਬ੍ਰਹਮਚਰਜ ਕਾਇਮ ਰੱਖ ਕੇ ਸਾਰੀ ਸਰੀਰ ਦੀ ਅਵਸਥਾ ਕਾਇਮ ਕੀਤੀ, ਸਾਰੀ ਉਮਰ ਬਤੀਤ ਕੀਤੀ। ਕਵੀ ਜੀ ਉਦਾਹਰਣ ਦਿੰਦੇ ਵੀ ਜਿਵੇਂ ਸੀਤਾ ਜੀ ਦੇ ਚਲੇ ਜਾਣ ਤੋਂ ਬਾਅਦ ਤਾਂ ਰਾਮਚੰਦਰ ਜੀ ਨੇ ਸਾਰੀ ਉਮਰ ਬ੍ਰਹਮਚਾਰ ਜਿਵੇਂ ਰੱਖਿਆ। ਉਹਨਾਂ ਦਾ ਸੀਤਾ ਜੀ ਦੇ ਜਾਣ ਤੋਂ ਬਾਅਦ ਧੀਰਜ ਰੱਖਿਆ, ਸਤਿਗੁਰਾਂ ਆਪਣੇ ਮਹਿਲਾਂ ਦੇ ਹੁੰਦਿਆਂ ਹੀ ਸੰਤੋਸ਼ ਰੱਖਿਆ ਤੇ ਬ੍ਰਹਮਚਰਜ ਵਿੱਚ ਕਾਇਮ ਰਹੇ ਪਾਤਸ਼ਾਹ ਸਦਾ। ਅੰਮ੍ਰਿਤ ਵੇਲਾ ਹੋਇਆ, ਗੁਰੂ ਕਲਗੀਧਰ ਮਹਾਰਾਜ ਜੀ ਨੇ ਸੋਧ ਇਸ਼ਨਾਨ ਕੀਤਾ, ਸਣਕੇਸ਼ੀ ਇਸ਼ਨਾਨ ਕੀਤਾ। ਤੋ ਗਰਭ ਕਰਿਓ ਸਭ ਜਾਣੇ। ਸਭ ਵਿੱਚ ਗੱਲ ਪ੍ਰਗਟ ਹੋ ਗਈ ਵੀ ਮਾਤਾ ਜੀਤ ਕੌਰ ਜੀ ਨੇ ਤੀਸਰੀ ਵਾਰ ਗਰਭ ਧਾਰਨ ਕੀਤਾ ਹੈ। ਨਵਮ ਮਹੀਨੇ ਤਾਂ ਸੇਵਾ ਕਰਦੇ ਰਹੇ ਮਾਤਾ ਜੀ, ਸੇਵਾ ਕਰਦਿਆਂ 9 ਮਹੀਨੇ ਦਾ ਜੋ ਨਿਯਮ ਹੈ ਕੁਦਰਤ ਦਾ ਬੱਚੇ ਦੇ ਜਨਮ ਦਾ, ਉਹ ਸਮਾਂ ਬਤੀਤ ਹੋਇਆ। ਫੱਗਣ ਸੁਦ ਬੁੱਧਵਾਰ ਸੁਚੀਨੇ। ਫੱਗਣ ਦਾ ਮਹੀਨਾ ਸੀ, ਫੱਗਣ ਸੁਦੀ ਬੁੱਧਵਾਰ ਸੁਚੀਨੇ। ਫੱਗਣ ਸੁਦੀ ਦੇਣਾ ਬੁੱਧਵਾਰ ਦਾ ਜਦੋਂ ਸਮਾਂ ਜਾਣਿਆ ਜਾਂਦਾ ਹੈ। ਸੰਮਤ ਤੋਂ 17 ਸਹੀ ਹੈ ਤੇ ਬਿਕਰਮੀ ਸੰਮਤ 1700 ਸੀ ਉਸ ਸਮੇਂ। 55 ਉੱਪਰ ਬਿਤ ਹੋਇਆ ਤੇ 1700 ਦੇ ਉੱਪਰ ਕਹਿੰਦੇ 55 ਹੋਰ ਬਤੀਤ ਹੋਈ ਸੀ, ਭਾਵ ਕਿ ਜਿਵੇਂ ਬਾਬਾ ਜੋਰਾਵਰ ਸਿੰਘ ਜੀ ਉਹਨਾਂ ਦਾ ਜਨਮ ਹੋਇਆ 1753 ਦੇ ਵਿੱਚ, ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ 1755 ਦੇ ਵਿੱਚ। 1755 ਬਿਕਰਮੀ ਸੰਮਤ ਤੇ ਫੱਗਣ ਸੁਦੀ ਦੇ ਸਮੇਂ, ਫੱਗਣ ਮਹੀਨੇ ਦੀ ਕਹਿ ਲਓ ਵੀ ਪੂਰਨਮਾਸ਼ੀ ਦੇ ਸਮੇਂ ਬੁੱਧਵਾਰ ਦੇ ਦਿਨ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਪ੍ਰਗਟ ਹੋਏ। ਪੁੱਤਰ ਜਨਮ ਕੋ ਲੀਨਾ। ਚੌਥੇ ਸਾਹਿਬਜ਼ਾਦੇ ਨੇ ਜਿਸ ਸਮੇਂ ਜਨਮ ਲਿਆ, ਜਦੋਂ ਮਹਾਰਾਜ ਸਾਹਿਬ ਦੇ ਗ੍ਰਹਿ ਵਿਖੇ ਚੌਥਾ ਸਾਹਿਬਜ਼ਾਦਾ ਆਇਆ। ਜੀ ਵਧਾਈ ਉਮਰ ਨਵੀਨਾ। ਕਹਿੰਦੇ ਨਵੀਆਂ ਹੀ ਉਮੰਗ ਪੈਦਾ ਹੋਈ, ਨਵਾਂ ਹੀ ਉਤਸ਼ਾਹ ਪੈਦਾ ਹੋਇਆ ਤੇ ਨਵੀਆਂ ਹੀ ਵਧਾਈਆਂ ਵਾਜਾਈਆਂ ਪਰਿਵਾਰ ਤੇ ਗੁਰਸਿੱਖਾਂ ਵਿੱਚ। ਇੱਥੇ ਇਕਾਦਸ਼ੀ ਉਤਸਵ ਕਿਤੋਂ। ਜਦੋਂ 10 ਦਿਨ ਲੰਘ ਗਏ, ਇਕਾਦਸ਼ੀ ਆ ਗਈ, ਉਸ ਦਿਨ ਫਿਰ ਬੜਾ ਭਾਰੀ ਉਤਸਵ ਕੀਤਾ ਗਿਆ। ਅਨੁਰਾਧਾ ਨਛੱਤਰ ਜਿਹੜਾ ਹੈ ਨਾ, ਇਹ ਜੋਤਸ਼ਾਲਿਆਂ ਬੜਾ ਚੰਗਾ ਉੱਚਾ ਮੰਨਿਆ ਹੈ ਤੇ ਇਹ ਆਮ ਲੋਕਾਂ ਦੇ ਹੁੰਦਾ ਨਹੀਂ, ਪਰ ਗੁਰੂ ਸਾਹਿਬ ਦੇ ਘਰ ਦੇ ਵਿੱਚ ਸਾਰੀਆਂ ਖੇਡਾਂ ਐਵੇਂ ਵਰਤਦੀਆਂ ਜਿਵੇਂ ਸਾਰੇ ਸੇਵਾਦਾਰ ਨੇ। ਜੇ ਜੋ 9 ਗ੍ਰਹਿ ਨੇ, ਜੋ ਨਛੱਤਰ ਹਨ, ਜਿਨ੍ਹਾਂ ਨੂੰ ਲੋਕਾਂ ਚੰਗੇ ਦਿਨ ਮੰਨਿਆ, ਉਹ ਸਾਰੇ ਮਹਾਰਾਜ ਦੇ ਘਰ ਦੀ ਮਾਨੋ ਸੇਵਾ ਕਰਦੇ ਨੇ। ਅਨੁਰਾਧਾ ਨਛੱਤਰ ਦੇ ਵਿੱਚ ਇਹ ਉਤਸਵ ਹੋਇਆ। ਤੀਨ ਪੁੱਤਰ ਸ਼੍ਰੀ ਜੀਤੋ ਕੇ। ਐਵੇਂ ਕਵੀ ਜੀ ਕਹਿੰਦੇ ਸ੍ਰੀ ਮਾਤਾ ਜੀਤੋ ਜੀ ਦੇ 3 ਪੁੱਤਰ ਹੋ ਗਏ। ਇੱਕ ਬਾਬਾ ਜੁਝਾਰ ਸਿੰਘ, ਦੂਜੇ ਬਾਬਾ ਜੋਰਾਵਰ ਸਿੰਘ, ਤੀਸਰੇ ਬਾਬਾ ਫਤਿਹ ਸਿੰਘ। 3 ਜਿਹੜੇ ਮਾਤਾ ਜੀਤੋ ਜੀ ਦੇ ਪੁੱਤਰ ਹਨ। ਤੀਨ ਅਗਨ ਤਨ ਦਿਵਤ ਵਡੇਰੇ। ਇਹ ਮਾਨੋ ਵੀ ਤਿੰਨਾਂ ਦੇ ਸਰੀਰ ਏਦਾਂ ਨੇ ਜਿਵੇਂ 3 ਤਰ੍ਹਾਂ ਦੀ ਅੱਗ ਹੁੰਦੀ ਹੈ ਨਾ ਹੋਮ ਜਗ ਕਰਨ ਦੇ ਵਾਸਤੇ। ਜਗ ਵਿੱਚ ਕਈ ਕੁਝ ਸਾੜਿਆ ਜਾਂਦਾ, ਅੱਗ ਜਿਵੇਂ ਸਾੜ ਦਿੰਦੀ ਹੈ ਨਾ, ਇਸੇ ਤਰ੍ਹਾਂ ਕਹਿੰਦੇ 3 ਤਰ੍ਹਾਂ ਦੀ ਜਿਹੜੀ ਅਗਨ ਹੈ। ਇਹ ਮਾਨੋ ਜਿਹੜੇ 3 ਸਰੂਪ, 3 ਸਰੀਰ ਸਾਹਿਬਜ਼ਾਦਿਆਂ ਦੇ ਦਿਖ ਰਹੇ ਨੇ ਪ੍ਰਗਟ। ਇਹ ਮਾਨੋ ਵੀ 3 ਤਰ੍ਹਾਂ ਦੀ ਜਿਵੇਂ ਅਗਨੀ ਹੋਵੇ। ਸਾਧ ਸੰਗਤ 3 ਤਰ੍ਹਾਂ ਦੀ ਜਿਹੜੀ ਅਗਨੀ ਹੈ, ਜਿਵੇਂ ਇੱਕ ਗ੍ਰਹਿਪਤ ਅਗਨ ਹੈ। ਇਹ ਜਿਹੜੇ ਜਗ ਕਰਦੇ ਨੇ ਨਾ, ਜਿੰਨੇ ਵੀ ਜਗ ਦੇ ਬਰਤਨ ਆਦਿਕ ਭਾਂਡੇ ਹੁੰਦੇ ਇਹਦੇ ਨਾਲ ਗਰਮ ਕਰਦੇ ਨੇ। ਜਗ ਦੇ ਵਿੱਚ ਕੋਈ ਰੋਟੀ ਆਦਿਕ ਪਕਾਉਣ ਤੋਂ ਲੈ ਕੇ ਸਾਰਾ ਜਿਹੜਾ ਸੰਸਕਾਰ ਕਰਨਾ ਹੈ ਨਾ ਖੀਰ ਤੀਕਰ, ਇਸੇ ਅਗਨੀ ਦੇ ਨਾਲ ਕਰਦੇ ਹਨ। ਤੇ ਗ੍ਰਸਤੀਆਂ ਨੂੰ ਹੁਕਮ ਹੁੰਦਾ ਵੀ ਤੁਸੀਂ ਇਹ ਅੱਗ ਬੁਝਣ ਨਹੀਂ ਦੇਣੀ, ਜਿਹੜੇ ਜਗ ਕਰਦੇ ਨੇ। ਤੇ ਉਹ ਫਿਰ ਇਹ ਅੱਗ ਨੂੰ ਬਾਲ ਕੇ ਰੱਖ ਦਿੰਦੇ ਆ। ਇਹਨੂੰ ਇਹ ਗ੍ਰਹਿਪਤ ਅਗਨੀ ਕਿਹਾ ਜਾਂਦਾ ਹੈ। ਦੂਸਰੀ ਜਿਹੜੀ ਹੈ ਉਹ ਦਖਨ ਅਗਨੀ ਹੈ। ਉਹ ਦਖਨ ਅਗਨੀ ਹੈ ਵੀ ਜਿੱਥੇ ਗ੍ਰਹਿਪਤ ਅਗਨੀ ਬਲਦੀ ਹੈ ਨਾ ਜਗ ਦੇ ਮੰਡਪ ਦੇ ਵਿੱਚ, ਉਸ ਅੱਗ ਦੀ ਦੱਖਣ ਵਾਲੇ ਪਾਸੇ ਜਿਹੜੀ ਅੱਗ ਬਾਲੀ ਜਾਂਦੀ ਹੈ,
ਉਹਨੂੰ ਗ੍ਰਹਿਪਤ ਅਗਨੀ ਕਹਿੰਦੇ ਹਨ, ਦਖਨਾਏ ਅਗਨੀ ਕਹਿੰਦੇ ਨੇ। ਤੇ ਤੀਸਰੀ ਜਿਹੜੀ ਅਗਨੀ ਹੈ ਉਹਨੂੰ ਆਵਾਹਨੀਏ ਅਗਨੀ ਕਹਿੰਦੇ ਹਨ। ਇਹ ਜਿਹੜੀ ਗ੍ਰਹਿਪਤ ਅਗਨੀ ਦੇ ਵਿੱਚੋਂ ਹੀ ਲੈ ਕੇ ਨਾ ਬਲਦੀ ਹੋਈ ਅੱਗ ਮੰਤਰ ਉਚਾਰ ਕੇ ਤੇ ਮੰਡਪ ਦੇ ਵਿੱਚ ਪੂਰਬ ਵਾਲੇ ਪਾਸੇ ਇਹ ਸਥਾਪਨ ਕੀਤੀ ਜਾਂਦੀ, ਇਹਦੇ ਨਾਲ ਹਵਨ ਕਰਦੇ ਹਨ। ਤੇ ਕਵੀ ਜੀ ਨੇ ਉਸੇ ਤੀਸਰੀ ਅਗਨੀ ਨੂੰ ਜਿਹੜਾ ਹੈ ਇਹ ਮਹਾਂਪ੍ਰਸਤ ਲਿਖਿਆ ਹੈ। ਇੱਥੇ ਭਾਵ ਇਹ ਆ ਵੀ ਜਿਵੇਂ ਉਹ ਤਿੰਨ ਅੱਗ ਬਾਲ ਕੇ ਪੰਡਤ ਹੋਮ ਕਰਦੇ ਨੇ ਨਾ, ਜਗ ਕਰਦੇ ਹਨ, ਉਹ ਤਾਂ ਉਹਦੇ ਵਿੱਚ ਹਵਨ ਸਾੜਦੇ ਨੇ। ਇੱਥੇ ਸਾਹਿਬਜ਼ਾਦੇ ਉਹ ਤਿੰਨ ਤਰ੍ਹਾਂ ਦੀ ਅੱਗ ਦੀ ਨਿਆਈ ਨੇ ਤੇ ਇਹ ਸਾਹਿਬਜ਼ਾਦੇ ਕੀ ਕਰਨਗੇ ਇਹ ਦੱਸਦੇ ਹਨ ਅੱਗੇ ਜਾ ਕੇ। ਇੱਕ ਮਖਣਾਤ ਗ੍ਰਹਿਪਤ ਬੀਜੀ, ਇੱਕ ਤਾਂ ਕਹਿੰਦੇ ਵੀ ਦਗਣਾਥ ਅਗਨੀ ਦੀ ਨਿਆਈ ਜਿਹੜੀ ਦੱਖਣ ਵਾਲੇ ਪਾਸੇ ਬਾਲੀ ਜਾਂਦੀ ਹੈ। ਇਹਦਾ ਮਾਨੋ ਵੀ ਜਿਵੇਂ ਬਾਬਾ ਜੁਝਾਰ ਸਿੰਘ ਆ। ਤੇ ਜਿਹੜੀ ਗ੍ਰਾਹਿਪਤ ਦੂਸਰੀ ਅਗਨੀ ਹੈ ਇਹਦੇ ਮਾਨੋ ਵੀ ਬਾਬਾ ਕਹਿੰਦੇ ਜਿਵੇਂ ਜੋਰਾਵਰ ਸਿੰਘ ਆ। ਪ੍ਰਸਥ ਅਵਤਰੀ ਸੋ ਤੀਜੀ, ਕਦੇ ਜਿਹੜੀ ਤੀਸਰੀ ਅਗਨੀ ਹੈ ਨਾ ਇਹ ਪ੍ਰਗਟ ਕੀਤੀ ਜੋ ਬਾਬਾ ਫਤਿਹ ਸਿੰਘ ਜੀ ਮਾਨੋ ਜਿਵੇਂ ਪ੍ਰਗਟ ਹੋਏ ਹਨ। ਕਨ ਤੇਜ ਮੈਦ ਬਨ ਜੋਆ, ਜਿਵੇਂ ਉਹ ਤਿੰਨੇ ਤਰ੍ਹਾਂ ਦੀ ਅੱਗ ਜਿਹੜੀ ਬਾਲੀ ਜਾਂਦੀ, ਅੱਗ ਕੀ ਕਰਦੀ, ਅੱਗ ਸਾੜਨ ਦਾ ਕੰਮ ਕਰਦੀ ਹੈ। ਇੱਥੇ ਸਾਹਿਬਜ਼ਾਦਿਆਂ ਨੂੰ ਤਿੰਨ ਤਰ੍ਹਾਂ ਦੀ ਅੱਗ ਕਹਿ ਕੇ ਕਹਿੰਦੇ ਨੇ ਜਿਹੜੇ ਤੁਰਕਾਂ ਦਾ ਰਾਜ ਭਾਗ ਹੈ ਇਹ ਮਾਨੋ ਵੀ ਜਿਵੇਂ ਸੁੱਕੀਆਂ ਲੱਕੜਾਂ ਹੋਣ, ਜਿਵੇਂ ਜੰਗਲ ਹੋਵੇ। ਅਪਰਾਧ ਦਗਦ ਸੋਆ, ਤੇ ਜਿਹੜੇ ਉਹਨਾਂ ਨੇ ਅਪਰਾਧ ਕੀਤੇ ਹਨ ਉਸ ਅਪਰਾਧ ਦੇ ਕਾਰਨ ਇਹਨਾਂ ਤਿੰਨਾਂ ਅਗਨੀਆਂ ਦੇ ਕਾਰਨ ਦਗਦ ਸੋ ਹੋਵਾ, ਕਹਿੰਦੇ ਵੀ ਤੁਰਕਾਂ ਦਾ ਰਾਜ ਭਾਗ ਸੜ ਕੇ ਸਵਾਹ ਹੋ ਗਿਆ। ਭਾਵ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੇ ਤੁਰਕਾਂ ਦੇ ਰਾਜ ਦੀਆਂ ਜੜ੍ਹਾਂ ਪੱਟ ਕੇ ਰੱਖ ਦਿੱਤੀਆਂ। ਤਾਂ ਕਰਕੇ ਕਹਿੰਦੇ ਜਿਹੜੇ ਮਾਤਾ ਜੀਤੋ ਜੀ ਦੇ ਸਾਹਿਬਜ਼ਾਦੇ ਨੇ ਇਹ ਤੇ ਇਸ ਤਰ੍ਹਾਂ ਹਨ ਮਾਨੋ ਜਿਵੇਂ ਤਿੰਨ ਤਰ੍ਹਾਂ ਦੀ ਅੱਗ ਹੁੰਦੀ ਹੈ ਤੇ ਅੱਗ ਦੇ ਵਿੱਚ ਹਵਨ ਵਿੱਚ ਬੜਾ ਕੁਝ ਪਾਉਂਦੇ ਨੇ। ਹੋਮ ਵਿੱਚ ਪੰਡਤ ਬੜਾ ਘਿਓ ਪਾ ਦਿੰਦੇ, ਬੜੀਆਂ ਸਮੱਗਰੀਆਂ, ਉਹ ਅੱਗ ਸਾਰੀ ਸਾੜ ਜਾਂਦੀ, ਖਾ ਜਾਂਦੀ। ਐਵੇਂ ਤਿੰਨੇ ਸਾਹਿਬਜ਼ਾਦੇ ਤੁਰਕਾਂ ਦਾ ਰਾਜ ਭਾਗ ਹੀ ਖਾ ਕੇ ਨਸ਼ਟ ਕਰ ਦਿੱਤਾ, ਦੁਸ਼ਟਾਂ ਦਾ ਰਾਜ। ਸਿੰਘਨ ਤੇ ਨਾਰਦ ਬੜ ਸੀਤ, ਤੇ ਜਿਹੜੀ ਅੱਗ ਹੈ ਨਾ ਦੋ ਕੰਮ ਕਰਦੀ ਹੈ ਨਾ, ਜਿੱਥੇ ਇੱਕ ਸਾੜਨ ਦਾ ਕੰਮ ਕਰਦੀ ਹੈ, ਠੰਡ ਦੇ ਵਿੱਚ ਨਿੱਘ ਵੀ ਦਿੰਦੀ ਹੈ। ਤੁਰਕਾਂ ਦਾ ਤੇ ਕਹਿੰਦੇ ਰਾਜ ਭਾਗ ਸਾੜ ਦਿੱਤਾ ਸਾਹਿਬਜ਼ਾਦਿਆਂ ਰੂਪੀ ਅਗਨੀ ਨੇ। ਤੇ ਜਿਵੇਂ ਅੱਗ ਬਾਲਿਆਂ ਠੰਡ ਦੇ ਵਿੱਚ ਨਿੱਘ ਮਿਲਦਾ ਹੈ, ਐਵੇਂ ਜਿਹੜੇ ਗੁਰੂ ਕੇ ਸਿੰਘ ਸਨ ਇਹਨਾਂ ਦੇ ਘਰ ਵਿੱਚ ਜਿਹੜਾ ਗਰੀਬੀ ਜਿਹੜਾ ਦਰਿਦਰ ਰਹਿੰਦਾ ਸੀ ਨਾ ਹਰ ਸਮੇਂ, ਇਹਦੇ ਮਾਨੋ ਇਹਨਾਂ ਨੂੰ ਪਾਲਾ ਲੱਗ ਰਿਹਾ ਸੀ, ਠੰਡ ਲੱਗ ਰਹੀ ਸੀ। ਇਹਨਾਂ ਤੇ ਸ਼ੀਗਰ ਗਇਓ ਮੋਹਬੀਤ, ਤੇ ਇਹਨਾਂ ਸਾਹਿਬਜ਼ਾਦਿਆਂ ਰੂਪੀ ਅਗਨੀ ਤੋਂ ਜਿੱਥੇ ਜਿਹੜੇ ਤੁਰਕ ਸਨ ਉਹਨਾਂ ਦਾ ਰਾਜ ਭਾਗ ਸੜ ਕੇ ਸੁਆਹ ਹੋ ਗਿਆ, ਜਿਵੇਂ ਜੰਗਲ ਸੜ ਜਾਂਦਾ ਅੱਗ ਨਾਲ। ਤੇ ਜਿਹੜੇ ਗੁਰੂ ਕੇ ਸਿੰਘਾਂ ਨੂੰ ਗਰੀਬੀ ਰੂਪੀ ਠੰਡ ਲੱਗ ਰਹੀ ਸੀ, ਉਹ ਕਹਿੰਦੇ ਸਾਹਿਬਜ਼ਾਦਿਆਂ ਤੋਂ ਬੜੀ ਛੇਤੀ ਉਹ ਬਤੀਤ ਹੋ ਗਿਆ। ਉਹਨਾਂ ਨੂੰ ਘਰ ਦੇ ਵਿੱਚ ਬਰਕਤ ਪੈਣ ਰੂਪੀ ਰਾਜ ਭਾਗ ਜਿਹੜਾ ਮਿਲਿਆ ਹੈ ਉਹ ਕਹਿੰਦੇ ਨਿੱਘ ਪ੍ਰਾਪਤ ਹੋ ਗਿਆ। ਭਾਵ ਸਾਹਿਬਜ਼ਾਦਿਆਂ ਨੇ ਤੁਰਕਾਂ ਦਾ ਰਾਜ ਨਾਸ਼ ਕਰਕੇ ਆਪਣੇ ਸਿੱਖਾਂ ਨੂੰ ਕਹਿੰਦੇ ਰਾਜ ਬਖਸ਼ ਦਿੱਤਾ, ਆਪਾਂ ਕੁਰਬਾਨ ਕਰ ਗਏ, ਸ਼ਹੀਦੀਆਂ ਪਾ ਗਏ। ਆਦ ਸੁੰਦਰੀ ਕੋ ਸੁਤ ਸੂਰਾ, ਐਵੇਂ ਤਿੰਨੇ ਸਾਹਿਬਜ਼ਾਦੇ ਮਾਤਾ ਜੀਤੋ ਜੀ ਦੇ ਅਤੇ ਫਿਰ ਮਾਤਾ ਸੁੰਦਰੀ ਜੀ ਦਾ ਜਿਹੜਾ ਪੁੱਤਰ ਹੈ, ਜਿਹੜਾ ਵੱਡਾ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਹੈ। ਸ਼ਸਤਰਨ ਕੀ ਵਿਦਿਆ ਮੈਂ ਪੂਰਾ, ਜੋ ਸ਼ਸਤਰ ਵਿਦਿਆ ਯੁੱਧ ਵਿਦਿਆ ਦੇ ਵਿੱਚ ਬੜਾ ਪੂਰਨ ਹੈ, ਹਰ ਤਰ੍ਹਾਂ ਕਰਕੇ ਯੁੱਧ ਵਿਦਿਆ ਦਾ ਮਾਹਰ ਹੁੰਦਾ ਜਾ ਰਿਹਾ ਏ। ਮੈਂ ਅਨਗਨ ਤੁਰਕ ਪ੍ਰਾਰੇ, ਆ ਜਿਨ੍ਹਾਂ ਨੇ ਜੰਗ ਕਰਦਿਆਂ ਬਹੁਤ ਤੁਰਕਾਂ ਨੂੰ ਜੰਗ ਯੁੱਧ ਦੇ ਵਿੱਚ ਮਾਰਨਾ ਕੀਤਾ। ਡਰਨ ਕੋ ਦੀਨ ਅਗਾਰੇ, ਕਿਸੇ ਵੀ ਦੁਸ਼ਮਣ ਨੂੰ ਆਪਣੇ ਅੱਗੇ ਠਹਿਰ ਨਹੀਂ ਦਿੱਤਾ ਜਿੰਨਾ ਚਿਰ ਸਰੀਰ ਵਿੱਚ ਪ੍ਰਾਣ ਰਹੇ, ਵੈਰੀਆਂ ਦੇ ਆਹੂ ਲਾਉਂਦੇ ਰਹੇ। ਚਾਰੋਂ ਕੇ ਸਰੂਪ ਦੁੱਤ ਇਹ ਚਾਰ ਸਾਹਿਬਜ਼ਾਦੇ ਵੱਡਾ ਬਾਬਾ ਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਚੌਹਾਂ ਦੇ ਕਹਿੰਦੇ ਜਿਹੜੇ ਸਰੂਪ ਨੇ ਬੜੇ ਸੋਹਣੇ ਨੇ, ਬੜੇ ਸੁੰਦਰ ਹਨ ਸਰੀਰ ਦੇ ਅੰਗ ਅੰਗ ਸਾਹਿਬਜ਼ਾਦਿਆਂ ਦੇ। ਛਤਰ ਸਮਤ ਕੇ ਮਨੋ ਪਾਰੂ, ਤੇ ਚੌਵੇਂ ਸਾਹਿਬਜ਼ਾਦੇ ਇਦਾਂ ਨੇ ਮਾਨੋ ਵੀ ਸ੍ਰੇਸ਼ਟ ਮਤ ਦਾ ਦੇ ਜਿਵੇਂ ਪਹਾੜ ਹੀ ਹੋਣ, ਜਿਵੇਂ ਪਹਾੜ ਦੂਰੋਂ ਹੀ ਦਿਖ ਪੈਂਦਾ ਨਾ,
ਇਦਾਂ ਸਾਹਿਬਜ਼ਾਦਿਆਂ ਦੀ ਇੰਨੀ ਚਤੁਰ ਅਕਲ ਹੈ, ਸਭ ਨੂੰ ਪ੍ਰਗਟ ਹੀ ਪਤਾ ਹੈ ਵੀ ਬੜੇ ਸਿਆਣੇ ਨੇ। ਨਿਮਰਤ ਸ਼ਸਤਰਣ ਕੋ ਅਭਿਆਸ, ਜਿਉਂ-ਜਿਉਂ ਦਿਨ ਬਤੀਤ ਹੁੰਦੇ ਨੇ ਮਹਾਰਾਜ ਦੇ ਸਾਰੇ ਹੀ ਸਾਹਿਬਜ਼ਾਦੇ ਸ਼ਸਤਰ ਅਭਿਆਸ ਕਰਦੇ ਹਨ। ਤਿਤ ਕੀ ਆਇਸ ਮੈਂ ਜਿਮ ਦਾਸਾ, ਤੇ ਪਿਤਾ ਦੀ ਆਗਿਆ ਵਿੱਚ ਜਿਵੇਂ ਰਹਿੰਦੇ ਬਾਬਾ ਅਜੀਤ ਸਿੰਘ ਜੀ, ਜਿਵੇਂ ਕਹਿੰਦੇ ਦਾਸ ਰਹਿੰਦੇ ਹੁੰਦੇ ਆ। ਕਦੀ ਇਹ ਨਹੀਂ ਜਣਾਉਂਦੇ ਵੀ ਅਸੀਂ ਗੁਰੂ ਦੇ ਪੁੱਤਰ ਐ, ਵੀ ਅਸੀਂ ਕਿਸੇ ਤੋਂ ਘੱਟ ਐ, ਇਹੋ ਜਿਹੀ ਹਉਮੈ ਨਹੀਂ। ਜਿਵੇਂ ਕੋਈ ਐਨ ਸੇਵਕ ਰਹਿੰਦਾ ਨਾ, ਜਿਵੇਂ ਕੋਈ ਦਾਸ ਰਹਿੰਦਾ ਗੁਰੂ ਘਰ ਦੇ ਵਿੱਚ, ਜਿਵੇਂ ਕੋਈ ਨੌਕਰ ਹੁੰਦਾ, ਐਵੇਂ ਭਾਵਨਾ ਨਾਲ ਗੁਰੂ ਦੇ ਚਾਕਰ ਹੋ ਕੇ ਦਾਸ ਸੇਵਕ ਬਣ ਕੇ ਸਾਹਿਬਜ਼ਾਦੇ ਰਹਿੰਦੇ ਨੇ ਦਸਵੇਂ ਪਾਤਸ਼ਾਹ ਕੋਲ। ਦੂਜੀ ਅੰਬ ਪੂਰਨ ਹੋਈ, ਐਵੇਂ ਕਵੀ ਜੀ ਕਹਿੰਦੇ 50 ਸਾਖੀਆਂ ਜਿਸ ਵਿੱਚ ਆਈਆਂ, ਉਹ ਦੂਸਰੀ ਰੁੱਤ ਵਿੱਚ 50 ਸਾਖੀਆਂ ਕਹੀਆਂ ਕਵੀ ਜੀ ਨੇ। ਉਹ 50ਵੀਂ ਸਾਖੀ ਜਿਹੜੀ ਆ ਉਹ ਕਹਿੰਦੇ ਹੁਣ ਪੂਰਨ ਹੋ ਗਈ ਦੂਸਰੀ ਰੁੱਤ। ਕਥਾ ਪੁਨ ਅਗਲ ਜੋਈ, ਹੁਣ ਜਿਹੜੀ ਅਗਲੀ ਕਲਗੀਧਰ ਮਹਾਰਾਜ ਦੀ ਕਥਾ ਹੈ ਉਹ ਤੀਸਰੀ ਰੁੱਤ ਦੇ ਵਿੱਚ ਕਹਿੰਦੇ ਮੈਂ ਕਹਾਂਗਾ। ਗੁਰਨ ਕੇ ਚਰਨ ਮਨਾਏ, ਦਸਾਂ ਗੁਰੂ ਸਾਹਿਬਾਂ ਦੇ ਪਹਿਲਾਂ ਚਰਨ ਕਮਲਾਂ ਦਾ ਧਿਆਨ ਧਾਰ ਕੇ ਉਹਨਾਂ ਨੂੰ ਮਨਾ ਪੂਜ ਕਰਕੇ, ਜਥਾ ਸ਼ਕਤ ਸਭ ਨਿਉ ਸੁਨਾਏ, ਜਿਵੇਂ ਮਹਾਰਾਜ ਮੈਨੂੰ ਬਲ ਬਖਸ਼ਣਗੇ, ਕਵੀ ਜੀ ਕਹਿੰਦੇ ਮੈਂ ਸਾਰੀ ਕਥਾ ਸੁਣਾ ਦਿਆਂਗਾ ਜਿਵੇਂ ਗੁਰੂ ਕਲਗੀਧਰ ਮਹਾਰਾਜ ਜੀ ਨੇ ਕੌਤਕ ਕੀਤੇ। ਕਬਿਤ ਸੀਰਨਾ ਸੁਸੰਗ ਮੈਂ ਕੁਸੰਗ ਮੈਂ ਸੰਤੋਖ ਸਿੰਘ। ਤੇ ਕਵੀ ਜੀ ਸਾਧ ਸੰਗਤ ਜੀ ਸਾਖੀ ਸਮਾਪਤ ਕਰਦੇ ਆ, ਇੱਕ ਕਬਿਤ ਉਚਾਰਿਆ, ਅਰਦਾਸ ਕੀਤੀ ਇਹਦੇ ਵਿੱਚ, ਨਿਮਰਤਾ ਜਣਾਈ ਹੈ। ਵੇਖੋ ਕਹਿੰਦੇ ਸੀਰ ਨਾ ਸੁਸੰਗ ਮੈਂ, ਸੀਰ ਨਾਮ ਹੈ ਸੰਬੰਧ ਦਾ, ਮੇਲ ਦਾ। ਤੇ ਰੱਬ ਅੱਗੇ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਜਿਹੜਾ ਮੈਂ ਕਵੀ ਸੰਤੋਖ ਸਿੰਘ ਹੈ ਨਾ, ਮੇਰਾ ਸੰਬੰਧ ਜਿਹੜਾ ਸੁਸੰਗ ਕਹਿੰਦੇ ਨੇ ਸਤ ਸੰਗਤ ਨੂੰ। ਕਹਿੰਦੇ ਵੀ ਚੰਗੀ ਜਿਹੜੀ ਸੰਗਤ ਹੈ ਨਾ, ਜਿਹੜੇ ਸ੍ਰੇਸ਼ਟ ਕੋਈ ਰੱਬ ਦੇ ਨਾਮ ਜਪਣ ਵਾਲੇ ਨਾਮ ਅਭਿਆਸੀ ਸੰਤ ਮਹਾਂਪੁਰਖ, ਉਹਨਾਂ ਦੀ ਸੰਗਤ ਦੇ ਵਿੱਚ ਕਹਿੰਦੇ ਮੇਰਾ ਮੇਲ ਮਿਲਾਪ ਨਹੀਂ ਹੈ, ਮੈਂ ਸੰਗਤ ਨਾਲ ਨਹੀਂ ਮੇਲ ਕਰਦਾ। ਕੋ ਸੰਗ ਮੈਂ ਸੰਤੋਖ ਸਿੰਘ, ਤੇ ਮੈਂ ਸੰਤੋਖ ਸਿੰਘ ਹਰ ਸਮੇਂ ਕੁਸੰਗੀਆਂ ਨਾਲ, ਭੈੜੇ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਮਿਲਦਾ ਉੱਠਦਾ ਬੈਠਦਾ ਹਾਂ। ਜਿਵੇਂ ਗੁਰਬਾਣੀ 'ਚ ਮਹਾਰਾਜ ਨੇ ਨਿਮਰਤਾ ਜਣਾਈ ਹੈ ਨਾ, ਸਿੱਖ ਵੀ ਉਸੇ ਤਰ੍ਹਾਂ ਦੀ ਨਿਮਰਤਾ ਹੀ ਸਿੱਖਦੇ ਨੇ ਫਿਰ ਅੱਗੇ। ਤੇ ਮਹਾਰਾਜ ਤੋਂ ਸਿੱਖਦਿਆਂ ਹੋਇਆਂ ਵੇਖੋ ਕਵੀ ਸੰਤੋਖ ਸਿੰਘ ਕਿੱਡੇ ਸੋਹਣੇ ਜੀਵਨ ਵਾਲੇ, ਇੰਨੀ ਬਾਣੀ ਦੇ ਨਾਮ ਦੇ ਅਭਿਆਸੀ। ਕਹਿੰਦੇ ਸੀ ਵੀ ਹਰ ਵੇਲੇ ਇਹਨਾਂ ਦਾ ਚਿਹਰਾ ਜਿਹੜਾ ਲਾਲ ਰਹਿੰਦਾ ਹੁੰਦਾ ਸੀ ਕਵੀ ਜੀ ਦਾ। ਤੇ ਸਹਿਜ ਪਾਠ ਕਰਦੇ ਹੁੰਦੇ ਸਨ ਅੰਮ੍ਰਿਤ ਵੇਲੇ, ਕਵਿਤਾ ਫਿਰ ਦਿਨ ਦੇ ਵੇਲੇ ਉਚਾਰਦੇ, ਕਥਾ ਲਿਖਣ ਤੋਂ ਪਹਿਲਾਂ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ। ਇਹ ਬਾਣੀ ਪੜ੍ਹਦਿਆਂ ਨੇਤਰਾਂ 'ਚੋਂ ਪ੍ਰੇਮ ਦਾ, ਵੈਰਾਗ ਦਾ ਕਵੀ ਸੰਤੋਖ ਸਿੰਘ ਜੀ ਦੇ ਜਲ ਵਹਿੰਦਾ ਹੁੰਦਾ ਸੀ। ਵੈਰਾਗ ਵਿੱਚ ਨੇਤਰਾਂ ਦੇ ਵਿੱਚੋਂ ਜਲ ਵਹਿੰਦਾ, ਵੈਰਾਗ ਦੇ ਜਲ ਨੇਤਰ ਜਿਹੜੇ ਸੱਜਲ ਹੋਏ ਰਹਿੰਦੇ ਸਨ ਹਰ ਸਮੇਂ। ਪਰ ਨਿਮਰਤਾ ਕੈਸੀ, ਕਹਿੰਦੇ ਹੇ ਪ੍ਰਭੂ ਮਾਲਕ ਜੀ, ਮੇਰੀ ਸਤ ਸੰਗਤ ਦੇ ਵਿੱਚ ਕੋਈ ਮੇਲ ਜੋਲ ਨਹੀਂ ਹੈਗਾ, ਤੇ ਮਾੜੇ ਬੰਦਿਆਂ ਦੀ ਸੰਗਤ ਸੰਤੋਖ ਸਿੰਘ ਨਿਤ ਬੈਠਦਾ ਹੈ। ਮੋ ਨਿਤ ਪਾਪਨ ਮੋ ਮਿਲੋ ਕਬ ਧੀਰਨਾ, ਤੇ ਹਰ ਸਮੇਂ ਮੈਂ ਪਾਪ ਕਰਨ ਦੇ ਵਿੱਚ ਹੀ ਰਮਿਆ ਕੀ ਹੁੰਦਾ, ਮਿਲਿਆ ਰਹਿਣਾ ਹਾਂ। ਹਰ ਸਮੇਂ ਕਹਿੰਦੇ ਵੀ ਵਿਕਾਰਾਂ ਦੇ ਵਿੱਚ ਮੈਂ ਮਿਲਿਆ ਰਹਿਣਾ, ਰਮਿਓ ਨਿਤ ਪਾਪਨ ਮੋ, ਨਿਤ ਪਾਪ ਕਰਮ ਕਰਦਾ ਹਾਂ, ਵਿਸ਼ੇ ਵਿਕਾਰਾਂ ਦੇ ਵਿੱਚ ਕਹਿੰਦੇ ਭੋਗਣ ਦੇ ਵਿੱਚ ਮੈਂ ਮਿਲਿਆ ਰਹਿਣਾ ਹਾਂ। ਮਿਲਿਓ ਕਬ ਧੀਰਨਾ, ਤੇ ਮੈਨੂੰ ਸੰਤੋਖ ਸਿੰਘ ਨੂੰ ਹੇ ਮਹਾਰਾਜ ਕਦੀ ਧੀਰਜ ਪ੍ਰਾਪਤ ਨਹੀਂ ਹੋਈ। ਹਰ ਸਮੇਂ ਮੈਂ ਬੇਚੈਨ ਰਹਿਣਾ, ਕਦੀ ਮੈਨੂੰ ਧੀਰਜ ਨਹੀਂ ਪ੍ਰਾਪਤ ਹੋਇਆ। ਧੀਰਨਾ ਤਰਤ ਕਾਮ ਲੰਪਟ ਕਠੋਰ, ਤੇ ਹੇ ਮਹਾਰਾਜ ਸਾਹਿਬ ਜੀ ਉਹ ਨਾ ਮੈਂ ਕਹਿੰਦੇ ਵੀ ਕਦੀ ਧੀਰਜ ਰੱਖਦਾ ਹਾਂ, ਧੀਰਜ ਮੈਨੂੰ ਮਿਲੀ ਵੀ ਨਹੀਂ ਹੈ, ਤੇ ਨਾ ਮੈਂ ਕਦੀ ਧੀਰਜ ਧਾਰਨ ਕੀਤੀ ਹੈ। ਜਾਂ ਕਾਮ ਲੰਪਟ ਕਠੋਰ, ਕਹਿੰਦੇ ਹਰ ਸਮੇਂ ਕਾਮੀ ਕ੍ਰੋਧੀ ਲੰਪਟ ਵਿਸ਼ੇ ਵਿਕਾਰਾਂ ਦੇ ਵਿੱਚ ਲੰਪਟ ਰਹਿਣਾ ਹਾਂ। ਅਤੇ ਕਠੋਰ ਕੂਰ, ਕਠੋਰ ਦਿਲ ਦਾ ਸਖਤ ਹੈ, ਮੇਰੇ ਦਿਲ ਵਿੱਚ ਕੋਈ ਪਿਆਰ ਨਹੀਂ ਹੈ, ਅਤੇ ਹਰ ਸਮੇਂ ਝੂਠ ਬੋਲਦਾ ਹਾਂ। ਸੂਰ ਬੋਰਿਓ ਮੈਂ ਬਕਾਰਨ ਮੈਂ, ਬੋਰਿਓ ਤੋਂ ਪੜੋ, ਬੋਰਿਓ ਮੈਂ ਬਕਾਰਨ ਮੈਂ ਭਇਓ ਮਨ ਤੀਰਨਾ, ਤੇ ਕਹਿੰਦੇ ਵੀ ਮੈਂ ਹਰ ਸਮੇਂ ਮਾੜੇ ਕੰਮਾਂ ਵਿੱਚ ਹੀ ਡੁੱਬਿਆ ਰਹਿਣਾ ਹਾਂ, ਝੂਠ ਬੋਲਦਾ
ਬੋਰਿਓ ਮੈਂ ਬੇਕਾਰਨ ਮੈਂ, ਵਿਸ਼ੇ ਵਿਕਾਰਾਂ ਵਿੱਚ ਡੁੱਬਿਆ ਹੋਇਆ ਗਲਤਾਨ ਹਾਂ। ਭਇਓ ਮਨ ਤੀਰ ਨਾ, ਮੇਰਾ ਮਨ ਤੀਰ ਵਰਗਾ ਮਹਾਰਾਜ ਸਿੱਧਾ ਨਹੀਂ ਹੋਇਆ ਕਦੇ। ਤੀਰ ਨਾ ਪਛਾਨਿਓ ਤੁਮੈ, ਦੂਰ ਕਰ ਜਾਣਿਓ ਪ੍ਰਭੂ। ਤੀਰ ਨਾ ਪਛਾਨਿਓ ਤੁਮੈ, ਮਹਾਰਾਜ ਤੂੰ ਹਰ ਵੇਲੇ ਅੰਗ ਸੰਗ ਹੈ, ਪਰ ਮੈਂ ਸੰਤੋਖ ਸਿੰਘ ਨੇ ਕਦੀ ਤੈਨੂੰ ਆਪਣੇ ਪਾਸ ਸਮਝਿਆ ਹੀ ਨਹੀਂ। ਮੈਂ ਇਹ ਕਦੀ ਭਰੋਸਾ ਕੀਤਾ ਹੀ ਨਹੀਂ ਵੀ ਤੂੰ ਮੇਰੇ ਅੰਦਰ ਵਸਦਾ ਹੈ। ਦੂਰ ਕਰ ਜਾਣਿਓ ਪ੍ਰਭੂ, ਹੈ ਪ੍ਰਭੂ ਤੈਨੂੰ ਇਉਂ ਸਮਝਿਆ ਵੀ ਕਿਤੇ ਦੂਰ ਹੀ ਹੈ, ਵੀ ਕਿਹੜਾ ਮੇਰੇ ਕੋਈ ਪਾਪ ਵੇਖ ਰਿਹਾ, ਲੋਕੇ ਮੈਂ ਪਾਪ ਕਰਦਾ ਤੈਨੂੰ ਨੇੜੇ ਨਹੀਂ ਕਦੀ ਜਾਣਿਆ। ਆਪਣੇ ਉਧਾਰ ਕੀ ਵਿਚਾਰੀ ਤਤਬੀਰ ਨਾ, ਤੇ ਮਹਾਰਾਜ ਮੈਂ ਆਪਣੇ ਉਧਾਰ ਕਰਨ ਦੀ ਕਦੀ ਤਤਬੀਰ ਵੀ ਨਹੀਂ ਵਿਚਾਰੀ। ਹੋਰ ਬੜੀਆਂ ਤਤਬੀਰਾਂ ਬਣਾਉਣਾ ਵੀ ਅੱਜ ਇੰਨੇ ਵਜੇ ਆਹ ਕਰੂੰਗਾ, ਬੜੇ ਟਾਈਮ ਟੇਬਲ ਜੇ ਬਣਾਉਨੇ ਆਪਾਂ, ਅੱਜ ਆਹ ਕਰਾਂਗੇ, ਇੰਨੇ ਵਜੇ ਆਹ ਕਰਾਂਗੇ, ਇੰਨੇ ਵਜੇ ਰੋਟੀ ਖਾਵਾਂਗੇ, ਇੰਨੇ ਵਜੇ ਆਹ ਕੰਮ ਕਰਨਾ, ਫਿਰ ਫਲਾਣੇ ਕੋ ਜਾਣਾ, ਫਿਰ ਉੱਥੇ ਜਾਣਾ। ਇਹ ਤਤਬੀਰ ਤਾਂ ਬੜੀ ਬਣਾਉਂਦੇ ਆ, ਜੁਗਤ ਹੁੰਦੀ ਹੈ ਇਹਨੂੰ। ਤਤਬੀਰ ਦਾ ਭਾਵ ਹੁੰਦਾ ਜੁਗਤ, ਜਿਹੜਾ ਕੋਈ ਸਮਾਂ ਸਾਰ ਨਹੀਂ ਬਣਾ ਲੈਣੀ ਵੀ ਐਸ ਵੇਲੇ ਆਹ ਕੰਮ ਕਰਨਾ। ਤੇ ਕਵੀ ਜੀ ਕਹਿੰਦੇ ਮਹਾਰਾਜ ਮੈਂ ਆਪਣੇ ਉਧਾਰ ਦੀ ਤੇ ਕਦੀ ਤਤਬੀਰ ਵਿਚਾਰੀ ਨਹੀਂ। ਉਹ ਸਮੇਂ ਦੇ ਵਿੱਚ ਕਦੀ ਇਹ ਤਾਂ ਮੈਂ ਟਾਈਮ ਟੇਬਲ ਬਣਾਇਆ ਨਹੀਂ, ਸਮਾਂ ਸਾਰ ਨਹੀਂ ਕਦੀ ਲਿਖੀ ਨਹੀਂ ਵੀ ਇਸ ਸਮੇਂ ਬੰਦਗੀ ਕਰਕੇ ਮੈਂ ਆਪਣਾ ਉਧਾਰ ਵੀ ਕਰਨਾ। ਬਾਕੀ ਤਾਂ ਬੜੇ ਸਮੇਂ ਬਣਾ ਲਏ ਵੀ ਇੰਨੇ ਵਜੇ ਆਹ ਕਰਨਾ, ਇੰਨਾ ਸਮਾਂ ਮੈਂ ਕੰਮ ਕਰਨਾ, ਇੰਨਾ ਚਿਰ ਸੌਣਾ, ਖਾਣ ਲੱਗਿਆ ਇੰਨਾ ਚਿਰ ਲਾਉਣਾ। ਲਿਖਿਆ ਹੁੰਦਾ ਨਾ, ਜਾਓ ਕਿਤੇ ਹਸਪਤਾਲ, ਡਾਕਟਰ, ਬੈਂਕਾਂ ਦੇ, ਉੱਥੇ ਲਿਖਿਆ ਹੁੰਦਾ ਇੰਨੇ ਤੋਂ ਇੰਨੇ ਲੰਚ। ਹਰ ਇੱਕ ਚੀਜ਼ ਦਾ ਟਾਈਮ ਟੇਬਲ ਬਣਾਇਆ ਆਪਾਂ, ਪਰ ਰੱਬ ਨੂੰ ਮਿਲਣ ਦਾ, ਆਪਣਾ ਉਧਾਰ ਕਰਨ ਦਾ ਕੋਈ ਟਾਈਮ ਟੇਬਲ ਹੀ ਨਹੀਂ ਸਾਡਾ ਕੋਈ। ਕਵੀ ਜੀ ਉਹੀ ਗੱਲ ਇੱਥੇ ਕਹਿ ਰਹੇ ਨੇ, ਪਾਤਸ਼ਾਹ ਮੈਂ ਆਪਣੇ ਭਲੇ ਦੀ ਕੋਈ ਜੁਗਤੀ ਵਿਚਾਰੀ ਨਹੀਂ ਵੀ ਮੈਂ ਕਿਵੇਂ ਤਰਾਂਗਾ। ਵੀਰ ਨਾ ਭਗਤ ਭੇਖ ਧਾਰੀ ਹਿਤ ਨਾਰੀ ਜਿਮ, ਮਹਾਰਾਜ ਨਾ ਤਾਂ ਮੈਂ ਕੋਈ ਵੱਡਾ ਸੂਰਮਾ ਹਾਂ, ਨਾ ਮੈਂ ਭਗਤੀ ਕਰਨ ਵਾਲਾ, ਬਸ ਭੇਖ ਧਾਰੀ ਹਿਤ ਨਾਰੀ ਜਿਮ। ਇੱਕ ਉਦਾਹਰਣ ਦਿੱਤੀ ਹੈ ਅਖੀਰਲੀ ਤੁਕ ਵਿੱਚ ਕਵੀ ਜੀ ਨੇ ਗੁਰਬਾਣੀ ਵਿੱਚੋਂ ਲੈ ਕੇ, ਹੇ ਮਹਾਰਾਜ ਸਾਹਿਬ ਜੀ ਮੈਂ ਉਸ ਮਨੁੱਖ ਵਰਗਾ ਹਾਂ ਜਿਹੜਾ ਹਿਤ ਨਾਰੀ ਜਿਮ, ਜਿਹੜਾ ਰਾਜੇ ਦੀ ਲੜਕੀ ਦੇ ਨਾਲ ਵਿਆਹ ਕਰਨ ਵਾਸਤੇ ਤੇ ਭੇਖ ਧਾਰੀ ਵਿਸ਼ਨੂੰ ਬਣਿਆ ਸੀ। ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਨਾ, ਭਗਤ ਸਦਨਾ ਜੀ ਨੇ ਬੇਨਤੀ ਕੀਤੀ ਸੀ ਮਹਾਰਾਜ ਮੇਰੀ ਰੱਖਿਆ ਕਰੋ। ਉਹ ਕਹਿੰਦੇ ਤੇਰੇ ਕਰਮ, ਆਵਾਂਗੇ ਕੋਈ ਨਹੀਂ, ਠਹਿਰ ਜਾ। ਤਾਂ ਉਸ ਵੇਲੇ ਸਦਨਾ ਜੀ ਨੇ ਕਿਹਾ ਸੀ ਮਹਾਰਾਜ ਨ੍ਰਿਪ ਕੰਨਿਆ ਕੇ ਕਾਰਣੇ ਇੱਕ ਭਇਆ ਭੇਖ ਧਾਰੀ, ਵੀ ਇੱਕ ਰਾਜੇ ਦੀ ਬੱਚੀ ਨਾਲ ਵਿਆਹ ਕਰਨ ਦੇ ਲਈ ਨਕਲੀ ਵਿਸ਼ਨੂੰ ਬਣਿਆ ਸੀ। ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ, ਉਹ ਕਾਮਾਰਥੀ ਜਿਹੜਾ ਸੀ ਆਪਣੀ ਕਾਮਨਾ ਨੂੰ ਮੁੱਖ ਰੱਖ ਕੇ ਜਿਹਨੇ ਪਖੰਡ ਕੀਤਾ, ਉਹਦੀ ਵੀ ਤੁਸੀਂ ਪੈਜ ਸਵਾਰ ਦਿੱਤੀ ਸੀ। ਉਹ ਸਾਖੀ ਤਾਂ ਲੰਮੀ, ਪਰ ਉਹਨੂੰ ਬਿਲਕੁਲ ਥੋੜੀ ਜਿਹੀ ਕਰਕੇ ਆਪਾਂ ਜਾਣ ਲੈਨੇ ਵੀ ਉਹਦਾ ਭਾਵ ਕੀ ਸੀ। ਵੀ ਰਾਜੇ ਨੇ ਸੰਕਲਪ ਕੀਤਾ ਸੀ ਵੀ ਮੈਂ ਆਪਣੀ ਜਿਹੜੀ ਰਾਜਕੁਮਾਰੀ ਧੀ ਹੈ ਨਾ, ਇਹਦਾ ਵਿਆਹ ਮੈਂ ਕਹਿੰਦਾ ਵੀ ਵਿਸ਼ਨੂੰ ਨਾਲ ਹੀ ਕਰਾਂਗਾ। ਉਹ ਕੋਈ ਲੱਕੜਹਾਰਿਆਂ ਤਰਖਾਣਾ ਦਾ ਮੁੰਡਾ, ਉਹਨੇ ਜਹਾਜ਼ ਬਣਾ ਲਿਆ ਉਸ ਵੇਲੇ ਹਵਾ ਚ ਉੱਡਣ ਵਾਲਾ। ਵਿਸ਼ਨੂੰ ਦਾ ਉਹਨੇ ਸਾਰਾ ਸਰੂਪ ਬਣਾ ਲਿਆ। ਉਹ ਸਰੂਪ ਬਣਾ ਕਰਕੇ ਆ ਗਿਆ ਵੀ ਮੈਂ ਗਰੜ ਤੇ ਚੜ੍ਹ ਕੇ ਆ ਗਿਆ ਹਾਂ। ਉਹ ਵਿਆਹ ਕਰ ਦਿੱਤਾ ਉਹਨਾਂ ਨੇ ਆਪਣੀ ਬੱਚੀ ਦਾ। ਫਿਰ ਉਹਨੇ ਕਿਹਾ ਵੀ ਮੈਂ ਹੁਣ ਇੱਥੇ ਵਿਸ਼ਨੂੰ ਬਣ ਕੇ ਨਹੀਂ ਰਹਿ ਸਕਦਾ, ਵੀ ਮੈਂ ਮਨੁੱਖ ਬਣ ਕੇ ਰਹੂੰਗਾ। ਸਮਾਂ ਲੰਘਿਆ ਤਾਂ ਜਿਸ ਰਾਜੇ ਦੀ ਲੜਕੀ ਸੀ ਉਹ ਤੇ ਕਿਸੇ ਦੂਜੇ ਰਾਜੇ ਨੇ ਚੜ੍ਹਾਈ ਕਰਤੀ। ਉਹ ਨਾਲ ਦੇ ਕਹਿੰਦੇ ਆਪਾਂ ਹੁਣ ਕੀ ਕਰੀਏ? ਕਹਿੰਦੇ ਕਰਨਾ ਕੀ ਹੈ, ਵਿਸ਼ਨੂੰ ਆਪਣਾ ਕਹਿੰਦੇ ਵੀ ਜਵਾਈ ਆਪਾਂ ਉਹਨੂੰ ਕਹਿੰਦੇ ਆ ਵੀ ਤੁਸੀਂ ਕਿਰਪਾ ਕਰੋ ਤੇ ਅਸੀਂ ਜੰਗ ਜਿੱਤ ਜਾਈਏ। ਇੱਧਰ ਸੁਨੇਹਾ ਆ ਗਿਆ ਵੀ ਤੁਸੀਂ ਆ ਕੇ ਅੱਗੇ ਮਦਦ ਕਰੋ। ਹੁਣ ਉਹ ਨਕਲੀ ਸੀ ਵਿਚਾਰਾ, ਉਹ ਕੇਵਲ ਪਖੰਡ ਕਰਕੇ ਉਹਨੇ ਆਪਣਾ ਇਹ ਖੇਡ ਖੇਡੀ। ਪਹਿਲਾਂ ਤਾਂ ਬਿਲਕੁਲ ਪਖੰਡ ਕੀਤਾ, ਪਰ ਜਦੋਂ ਵੇਖਿਆ ਨਾ ਵੀ ਮੇਰੇ ਤਾਂ ਕੋਈ ਸ਼ਕਤੀ ਹੈ ਨਹੀਂ, ਵੀ ਜੇ ਮੈਨੂੰ ਇਹਨਾਂ ਕੱਲ ਨੂੰ ਜੰਗ ਦੇ ਗਾੜੀ ਲਾਦਾ ਮੈਂ ਤਾਂ ਮਾਰਿਆ ਜਾਊਂ ਐਵੇਂ ਕੁਥਾਂ। ਫਿਰ ਉਹਨੂੰ ਨੀਂਦ ਨਹੀਂ ਆਈ, ਹੱਥ ਜੁੜ ਗਏ। ਫਿਰ ਰੱਬ ਅੱਗੇ ਅਰਦਾਸਾਂ ਕਰਨ ਲੱਗ ਪਿਆ ਵੀ ਮਹਾਰਾਜ ਮੈਂ ਤਾਂ ਐਵੇਂ ਇਹ ਰਾਜੇ ਦੀ ਲੜਕੀ ਨਾਲ ਵਿਆਹ ਕਰਨ ਦੇ ਲਈ ਪਖੰਡ ਕੀਤਾ ਸੀ, ਪਰ ਹੁਣ ਮੇਰੀ ਇੱਜ਼ਤ ਤੂੰ ਰੱਖ ਲੈ। ਐਸਾ ਕਹਿੰਦੇ ਵੀ ਪਰਮੇਸ਼ਰ ਦੇ ਤਰਲੇ ਕੱਢਣ ਲੱਗਾ। ਤਰਲੇ ਕੱਢਦਿਆਂ ਕੱਢਦਿਆਂ ਇਹਦੀ ਸਮਾਧੀ ਲੱਗ ਗਈ। ਸਮਾਧੀ ਲੱਗ ਗਈ ਪਰਮੇਸ਼ਰ ਦੇ ਨਾਮ ਦੇ ਵਿੱਚ। ਸਾਰੀ ਰਾਤ ਬੰਦਗੀ ਕਰਦਾ ਰਿਹਾ, ਦਿਨ ਚੜਿਆ ਬੰਦਗੀ ਵਿੱਚ ਸਮਾਧੀ ਲੱਗੀ ਰਹੀ। ਇਹਦੀ ਸਮਾਧੀ ਲੱਗੀ ਜਾਣ ਕੇ ਪਰਮੇਸ਼ਰ ਨੇ ਆਪਣਾ ਪ੍ਰੇਮੀ ਬਣਿਆ ਜਾਣ ਕੇ, ਸ਼ਰਨ ਪਿਆ ਜਾਣ ਕੇ
ਤੇ ਉਹ ਜਿਹੜਾ ਰਾਜਾ ਚੜ ਕੇ ਆਇਆ ਸੀ ਉਹਦੀ ਹਾਰ ਕਰਾਤੀ, ਤੇ ਜਿਸ ਰਾਜੇ ਦੀ ਲੜਕੀ ਨਾਲ ਇਹ ਵਿਆਹਿਆ ਸੀ ਭੇਖੀ, ਇਹਦੇ ਰਾਜੇ ਦੀ ਜਿੱਤ ਕਰਾਤੀ ਤੇ ਨਾਮ ਇਹਦਾ ਕਰਾਤਾ ਵੀ ਇਹਨੇ ਜਿੱਤ ਕਰਾਈ ਹੈ। ਇਸ ਤਰ੍ਹਾਂ ਪਹਿਲਾਂ ਤਾਂ ਪਖੰਡੀ ਸੀ, ਪਰ ਬਾਅਦ ਵਿੱਚ ਫਿਰ ਉਹ ਬੜਾ ਚੰਗਾ ਰੱਬ ਦਾ ਪਿਆਰਾ ਭਗਤ ਬਣ ਗਿਆ। ਉਹਦੀ ਉਦਾਹਰਣ ਦਿੱਤੀ ਸੀ ਭਗਤ ਸਦਨੇ ਨੇ ਵੀ ਨਿਰਪ ਕੰਨਿਆ ਕੇ ਕਾਰ ਨੇ, ਰਾਜੇ ਦੀ ਲੜਕੀ ਨਾਲ ਵਿਆਹ ਕਰਾਉਣ ਲਈ ਮਹਾਰਾਜ ਇੱਕ ਭਇਆ ਭੇਖ ਧਾਰੀ, ਇੱਕ ਨਕਲੀ ਭੇਖ ਧਾਰੀ ਹੁੰਦਾ ਵੀ ਜਿਹੜਾ ਅੰਦਰੋਂ ਹੋਵੇ ਨਾ ਪਰ ਬਾਹਰੋਂ ਬਣ ਕੇ ਵਿਖਾਵੇ। ਉਹਨੇ ਵਿਸ਼ਨੂੰ ਬਣ ਕੇ ਵਿਖਾਇਆ, ਨਕਲੀ ਜਹਾਜ਼ ਜਿਹਾ ਬਣਾ ਕੇ ਕਹਿੰਦਾ ਮੈਂ ਗਰੜ ਲੈ ਕੇ ਆ ਗਿਆ, ਤੇ ਕਹਿੰਦੇ ਵੀ ਇੱਕ ਭਇਆ ਭੇਖ ਧਾਰੀ ਕਾਮਾਰਥੀ ਸਵਾਰਥੀ ਵਾਗੀ ਪੈਜ ਸਵਾਰੀ। ਪਰ ਮਹਾਰਾਜ ਉਹ ਵੇਖੋ ਕਾਮਾਰਥੀ ਸੀ, ਕਾਮ ਦਾ ਅਰਥ ਸੀ ਉਹਦਾ ਮੁਖ, ਉਹਦੀ ਵੀ ਤਾਂ ਤੁਸੀਂ ਇੱਜ਼ਤ ਰਾਖੀ ਲਈ ਨਾ। ਉਹ 'ਚ ਕਿਹੜਾ ਗੁਣ ਸੀ? ਨਾ ਉਹ ਕੋਈ ਭਗਤ ਸੀ ਤੁਹਾਡਾ, ਨਾ ਉਹ ਪਹਿਲਾਂ ਕੋਈ ਸੂਰਮਾ ਸੀ। ਉਹਦਾ ਐਵੇਂ ਝੂਠਾ ਭੇਖ ਹੀ ਧਾਰਿਆ, ਪਰ ਤੁਹਾਡੀ ਸ਼ਰਨ ਪੈ ਗਿਆ, ਤੁਹਾਡੇ ਓਟ ਆਸਰਾ ਲੈਣ ਕਰਕੇ ਤੁਸੀਂ ਉਹਨੂੰ ਵੀ ਮਹਾਰਾਜ ਬਚਾ ਲਿਆ। ਇਵੇਂ ਕਵੀ ਜੀ ਕਹਿੰਦੇ ਨੇ ਜਿਵੇਂ ਉਹ ਭੇਖ ਧਾਰੀ ਇਸਤਰੀ ਦੇ ਵਾਸਤੇ ਭੇਖ ਧਾਰਿਆ ਸੀ ਮਹਾਰਾਜ। ਰਾਖੀ ਪੈਜ ਤੈਸੇ ਮੇਰੀ ਏਰੋ ਤਕ ਸੀਰ ਨਾ। ਜੇ ਮਹਾਰਾਜ ਤੁਸੀਂ ਉਸ ਭੇਖ ਧਾਰੀ ਦੀ ਇਹ ਰੱਬ ਜੀ ਇੱਜ਼ਤ ਰੱਖੀ ਨਾ, ਉਦੋਂ ਤੁਸੀਂ ਵੇਖੇ ਨਹੀਂ ਵੀ ਉਹ ਭਗਤ ਸੀ ਜਾਂ ਕੋਈ ਸੰਤ ਸੀ, ਇਹ ਨਹੀਂ ਵੇਖਿਆ। ਇਸੇ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਮਹਾਰਾਜ ਜੀਓ ਤੁਸੀਂ ਮੇਰੇ ਤੇ ਵੀ ਕਿਰਪਾ ਕਰ ਦਿਓ, ਮੇਰੇ ਤੇ ਵੀ ਰਹਿਮਤ ਕਰ ਦਿਓ, ਮੇਰੀ ਕੋਈ ਮਹਾਰਾਜ ਤਕਸੀਰ ਨਾ ਵੇਖੋ, ਤਾਂ ਮੇਰੇ ਗੁਣ ਨਾ ਵੇਖਿਓ, ਕੋਈ ਗੁਣ ਤਾਂ ਹੈ ਨਹੀਂ ਹੈ, ਤੇ ਅਵਗੁਣ ਚਿਤਾਰਿਓ ਨਾ। ਅਵਗੁਣਾਂ ਦਾ ਮੈਂ ਭਰਿਆ ਹੋਇਆ ਹਾਂ, ਪਰ ਫੇਰ ਆਪ ਰਹਿਮਤ ਕਰ ਦਿਓ, ਮੇਰੀ ਤਕਸੀਰ, ਮੇਰੇ ਗੁਨਾਹ, ਤਕਸੀਰ ਦਾ ਅਰਥ ਹੁੰਦਾ ਗੁਨਾਹ ਪਾਪ। ਮਹਾਰਾਜ ਮੇਰੇ ਗੁਨਾਹਾਂ ਵੱਲ ਨਾ ਵੇਖਿਓ, ਜਿਵੇਂ ਭੇਖ ਧਾਰੀ ਨੂੰ ਬਖਸ਼ਿਆ ਐਵੇਂ ਕਵੀ ਜੀ ਕਹਿੰਦੇ ਮੈਨੂੰ ਵੀ ਬਖਸ਼ ਲਓ। ਇਵੇਂ ਇਹ ਅਰਦਾਸ ਕਰਦੇ ਆ ਕਵੀ ਭਾਈ ਸੰਤੋਖ ਸਿੰਘ ਜੀ ਨੇ। ਇਹ ਦੂਸਰੀ ਰੁੱਤ ਜਿਹੜੀ ਆ, ਜਿਵੇਂ 6 ਰੁੱਤਾਂ ਹੁੰਦੀਆਂ ਨਾ ਸਾਲ ਵਿੱਚ, ਤੇ ਸੂਰਜ 6 ਰੁੱਤਾਂ 'ਚ ਫਿਰਦਾ, ਇਵੇਂ ਗੁਰੂ ਦਾ ਜਿਹੜਾ ਜਸ ਹੈ ਉਹਨੂੰ ਕਵੀ ਜੀ ਨੇ ਸੂਰਜ ਕਿਹਾ ਹੈ, ਤੇ ਉਹਦੇ ਵਿੱਚ ਜਿਹੜੇ ਹਿੱਸੇ ਬਣਾਏ ਨੇ ਉਹਨਾਂ ਨੂੰ ਰੁੱਤਾਂ ਕਿਹਾ ਹੈ। ਜਿਵੇਂ 2 ਮਹੀਨਿਆਂ ਦੀ ਰੁੱਤ ਹੁੰਦੀ ਹੈ, ਉਹ 12 ਰਾਸਾਂ ਸੀ ਜਿਹੜੀਆਂ ਪਹਿਲਾਂ 12 ਮਹੀਨਿਆਂ ਦਾ ਹਿੱਸਾ ਬਣਾਇਆ। ਹੁਣ 6 ਰੁੱਤਾਂ 'ਚੋਂ 2 ਰੁੱਤਾਂ ਬਤੀਤ ਹੋ ਗਈਆਂ ਨੇ, ਤੀਸਰੀ ਰੁੱਤ ਆਰੰਭ ਹੋਵੇਗੀ। 50 ਸਾਖੀਆਂ ਕਈਆਂ ਕਵੀ ਜੀ ਨੇ ਕਲਗੀਧਰ ਜੀ ਦੀ ਮਹਿਮਾ ਦੀਆਂ ਇਸ ਰੁੱਤ ਦੇ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨੂੰ ਕਹਿੰਦਿਆਂ ਸੁਣਦਿਆਂ ਵਿਚਾਰਦਿਆਂ ਅਨੇਕਾਂ ਹੀ ਭੁੱਲਾਂ ਗਲਤੀਆਂ ਹੋਈਆਂ ਨੇ। ਗੁਰੂ ਮਹਾਰਾਜ ਤੇ ਗੁਰੂ ਕੀ ਜਿਹੜੀ ਸੰਗਤ ਹੈ ਉਹ ਬਖਸ਼ਣਹਾਰ ਹੈ, ਬਖਸ਼ ਲੈਣਾ। ਨਵੀਂ ਰੁੱਤ ਮੰਗਲਾ ਚਰਨ, ਤੇ ਜਿਵੇਂ ਜੱਗ ਕਰਕੇ ਬ੍ਰਾਹਮਣਾਂ ਦਾ ਪਖੰਡ ਜਿਹੜਾ ਸੀ ਉਹ ਮਹਾਰਾਜ ਨੇ ਸਾਹਮਣੇ ਲਿਆਂਦਾ ਵੀ ਕਿਵੇਂ ਲਾਲਚ ਵਾਸਤੇ ਆਪਣਾ ਧਰਮ ਹਾਰ ਗਏ। ਉਹ ਪਾਤਸ਼ਾਹ ਦੀ ਸਾਖੀ ਆਪਾਂ ਨਵੀਂ ਰੁੱਤ ਦੇ ਨਾਲ ਨਵੀਂ ਸਾਖੀ ਵਿੱਚ ਸਰਵਣ ਕਰਾਂਗੇ। ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਵੀਰ ਨਾ ਭਗਤ ਭੇਖ ਧਾਰੀ ਹਿਤ ਨਾਰੀ ਜਿਮ, ਰਾਖੀ ਪੈਜ ਤੈਸੇ ਮੇਰੀ ਏਰੋ ਤਕ ਸੀਰ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਏ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੈ ਸਮਰੱਥ ਅਗਮ ਪੂਰਨ ਮੋਹਿ ਮਇਆ ਤਾਰ, ਅੰਧ ਕੋਪ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਖਾਲਸਾ।